ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰੋ ਬੈਰਾਗੁਰੂ, ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਸੁਪਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀ ਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਪੈਰੋਂ ਬਾਣੀ ਕਬੀਰ ਜੀ ਕੀ। शिव की पुरी बसै बुध सार, तह तुम मिल कै करो विचार। शिव की पुरी बसै बुध सार, तह तुम मिल कै करो विचार। ईत ऊत की सोजी परै, कौन कर्म मेरा कर कर मरै। निज पद ऊपर लागो ध्यान, राजा राम नाम मोरा ब्रह्म ज्ञान। रहाओ मूल द्वारै बंदिया बंद, रब ऊपर गह राखिया चंद। पश्चिम द्वारै सूरज तपै, मेरु दंड सिर ऊपर बसै। पश्चिम द्वारे की सिल ओढ़, ते सिल ऊपर खिड़की और। खिड़की ऊपर दसवां द्वार, कह कबीर ताका अंत न पार। पश्चिम द्वारे की सिल ओढ़, ते सिल ऊपर खिड़की और। खिड़की ऊपर दसवां द्वार, कह कबीर ताका अंत न पार। वाहिगुरु जी का खालसा, वाहिगुरु जी की फतेह। गरीब नवाज सतगुरु जुगो जुग अटल, चवर छत्र तखत दे मालक, सर्ब कला समर्थ सतगुरु साहिब श्री गुरु ग्रंथ साहिब जी की पावन हजूरी का आनंद माण रहे। गुरबाणी कीर्तन दे राही परम पिता वाहिगुरु जी के प्यार में जुड़ बैठी गुरु सवारी साध संगत जीओ,
ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਇਸ ਭਾਗ ਘੜੀਆਂ ਸਾਨੂੰ ਪ੍ਰਾਪਤ ਹੋਈਆਂ। ਸਤ ਸੰਗਤ ਵਿੱਚ ਮਿਲ ਬੈਠ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਜਿੱਥੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸੁਣਾਇਆ, ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਜੋ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਅਮੋਲ ਬਚਨ ਆਪ ਜੀ ਸਰਵਣ ਕਰ ਰਹੇ ਸੀ। ਭਗਤ ਜੀ ਦੇ ਇਹ ਬਚਨ ਪੈਰੋਂ ਰਾਗ ਵਿੱਚੋਂ ਆਪ ਜੀ ਨੇ ਸੁਣੇ ਨੇ। ਭਗਤ ਜੀ ਕਿਸੇ ਜੋਗੀ ਦੇ ਨਾਲ ਚਰਚਾ ਕਰ ਰਹੇ ਨੇ। ਅਧਿਆਤਮਿਕ ਪੁਰਖਾਂ ਦੀ ਵੱਖ-ਵੱਖ ਮਤਾਂ ਦੇ ਲੋਕਾਂ ਦੇ ਨਾਲ ਚਰਚਾ ਹੁੰਦੀ ਹੈ। ਜੋਗ ਮਤ ਭਾਰਤ ਦੀ ਧਰਤੀ ਤੇ ਇੱਕ ਬੜਾ ਤਕੜਾ ਪੰਥ ਸੀ ਜੋ ਲੋਕਾਂ ਨੂੰ ਆਪਣੇ ਮਤ ਦੇ ਅੰਦਰ ਹੀ ਲਿਆਉਣਾ ਚਾਹੁੰਦਾ ਸੀ। ਜਿੱਥੇ ਵੀ ਕਿਤੇ ਕੋਈ ਉਹਨਾਂ ਨੂੰ ਧਰਮ ਦੀ ਦੁਨੀਆ 'ਚ ਖਾਸ ਵਿਅਕਤੀ ਲੱਭਦਾ ਸੀ, ਉਹਦੇ ਨਾਲ ਉਹ ਚਰਚਾ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ, ਭਗਤਾਂ ਦੀ ਜੋਗੀਆਂ ਨਾਲ ਚਰਚਾ, ਗੁਰੂ ਸਾਹਿਬਾਂ ਦੀ ਜੋਗੀਆਂ ਨਾਲ ਚਰਚਾ ਵੱਡੇ ਪੱਧਰ ਤੇ ਹੋਈ। ਔਰ ਸਿੱਧ ਗੋਸ਼ਟ ਬਾਣੀ ਪੂਰੀ ਜੋਗੀਆਂ ਦੇ ਨਾਲ ਚਰਚਾ ਦੀ ਬਾਣੀ ਹੈ। ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਸ਼ਬਦ, ਗੁਰੂ ਰਾਮਦਾਸ ਜੀ ਦੇ ਪਵਿੱਤਰ ਬਚਨ, ਹੋਰ ਵੀ ਬਹੁਤ ਸਾਰੀ ਬਾਣੀ ਹੈ ਜੋ ਜੋਗੀਆਂ ਦੇ ਨਾਲ ਗੱਲਬਾਤ ਕਰਦਿਆਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ, ਜਿਸ ਵੀ ਮਨੁੱਖ ਜਾਂ ਜਿਸ ਵੀ ਮਤ ਦੇ ਨਾਲ ਸਤਿਗੁਰੂ ਜੀ ਗੱਲ ਕਰ ਰਹੇ ਨੇ, ਫਿਰ ਸਤਿਗੁਰੂ ਜੀ ਨੇ ਸ਼ਬਦਾਵਲੀ ਵੀ ਉਹੋ ਜਿਹੀ ਵਰਤੀ ਹੈ। ਜੇ ਮੁਸਲਮਾਨਾਂ ਨਾਲ ਗੱਲ ਕਰਦੇ ਨੇ ਤਾਂ ਉੱਥੇ ਅਜ਼ਰਾਈਲ ਫਰਿਸ਼ਤੇ ਦੀ ਗੱਲ ਹੈ, ਬਿਸਤਾਂ ਦੀ ਗੱਲ ਹੈ, ਉੱਥੇ ਨਮਾਜ਼ ਦੀ ਗੱਲ ਹੈ। ਇਸੇ ਤਰੀਕੇ ਨਾਲ ਜੇ ਹਿੰਦੂ ਤੀਰਥਾਂ 'ਤੇ ਸਤਿਗੁਰੂ ਜੀ ਜਾਂਦੇ, ਹਿੰਦੂ ਵਿਚਾਰਧਾਰਾ ਦੇ ਲੋਕਾਂ ਨਾਲ ਗੱਲਾਂ ਕਰਦੇ ਨੇ, ਉੱਥੇ ਧਰਮਰਾਜ ਦੀ ਗੱਲ ਹੈ, ਸਵਰਗ ਦੀ ਗੱਲ ਹੈ, ਨਰਕ ਦੀ ਗੱਲ ਹੈ, ਜਾਂ ਵੀ ਉਹਨਾਂ ਦੀ ਜੋ ਸ਼ਬਦਾਵਲੀ ਹੈ, ਸ਼ਿਵ ਬ੍ਰਹਮਾ ਵਿਸ਼ਨੂੰ ਜੋ ਉਹ ਸ਼ਬਦ ਵਰਤਦੇ ਨੇ ਆਪਣੇ ਅਧਿਆਤਮਕ ਜਗਤ ਵਿੱਚ। ਜੋਗੀਆਂ ਨਾਲ ਜਦੋਂ ਚਰਚਾ ਹੈ, ਗੁਰੂ ਕੇ ਬਹੁਤ ਸਾਰੇ ਬਚਨ ਜੋਗੀਆਂ ਦੇ ਨਾਲ ਸਤਿਗੁਰੂ ਜੀ ਨੇ ਜੋ ਚਰਚਾ ਕੀਤੀ ਹੈ। ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ। ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹ ਜੋਗੀਆਂ ਦੀ ਸ਼ਬਦਾਵਲੀ ਹੈ ਕਿ ਸਾਡੇ ਲਈ ਤਾਂ ਸੰਤੋਖ ਮਨ 'ਚ ਆ ਜਾਣਾ ਇਹੀ ਮੁੰਦਰਾ ਹੈ। ਜੋਗੀ ਮੁੰਦਰਾ ਪਾਉਂਦੇ ਨੇ, ਹੱਥ ਡੰਡਾ ਰੱਖਦੇ ਨੇ, ਖਫਣੀ ਪਾਉਂਦੇ ਨੇ, ਹੱਥ ਵਿੱਚ ਖੱਪਰ ਫੜਦੇ ਨੇ, ਸਰੀਰ ਤੇ ਸੁਆਹ ਮਲਦੇ ਨੇ। ਸਤਿਗੁਰੂ ਜੀ ਨੇ ਉਹਨਾਂ ਦੇ ਚਿੰਨ੍ਹ ਵਰਤ ਕੇ ਸਮਝਾਇਆ ਕਿ ਅਸੀਂ ਇਹਦੀ ਜਗ੍ਹਾ ਕੀ ਵਰਤਦੇ ਹਾਂ। ਮੁੰਦਾਂ ਸੰਤੋਖ, ਸਾਡੇ ਲਈ ਸੰਤੋਖ ਧਾਰਨ ਕਰਨਾ ਹੀ ਮੁੰਦਰਾ ਹੈ, ਸਾਨੂੰ ਮੁੰਦਰਾ ਪਾਉਣ ਦੀ ਲੋੜ ਨਹੀਂ ਹੈ। ਸ਼ਰਮ ਪਤ ਝੋਲੀ, ਮਿਹਨਤ ਕਰਨੀ। ਤੁਸੀਂ ਤੇ ਹੱਥ ਵਿੱਚ ਖੱਪਰ ਲੈ ਕੇ, ਝੋਲੀ ਲੈ ਕੇ ਘਰ ਘਰ ਮੰਗਦੇ ਹੋ ਨਾ, ਮਿਹਨਤ ਕਰਨੀ ਹੀ ਸਾਡੀ ਝੋਲੀ ਹੈ, ਕਿਸੇ ਕੋ ਮੰਗਣ ਦੀ ਲੋੜ ਨਹੀਂ ਹੈ। ਧਿਆਨ ਕੀ ਕਰੇ ਬੇਭੂਤ, ਤੁਸੀਂ ਸਰੀਰ ਤੇ ਸਵਾਹ ਲਾਉਂਦੇ ਹੋ ਕਿ ਸਾਡਾ ਸਰੀਰ ਨਾਲ ਮੋਹ ਕੋਈ ਨਹੀਂ ਹੈ। ਅਸੀਂ ਵਾਹਿਗੁਰੂ ਜੀ ਦੇ ਧਿਆਨ 'ਚ ਜੁੜਦੇ ਹਾਂ। ਇਹ ਧਿਆਨ ਹੀ ਸਾਡੇ ਲਈ ਵਿਭੂਤੀ ਹੈ, ਹੋਰ ਕਿਸੇ ਵਿਭੂਤੀ ਦੀ ਲੋੜ ਨਹੀਂ ਹੈ। ਹੋਰ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਵਿੱਚ ਜੋਗੀਆਂ ਦੀ ਸ਼ਬਦਾਵਲੀ ਵਰਤੀ ਹੈ। ਜੋਗੀਆਂ ਦੀ ਜਾਂ ਹੋਰ ਵੀ ਕਿਸੇ ਮਤ ਦੀ ਸ਼ਬਦਾਵਲੀ ਵਰਤਣ ਦਾ ਅਰਥ ਇਹ ਨਹੀਂ ਹੈ ਕਿ ਸਤਿਗੁਰੂ ਜੀ ਉਹਨਾਂ ਨੂੰ ਮੰਨਦੇ ਨੇ। ਜਦੋਂ ਜਨੇਊ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ। ਇੱਥੇ ਸਤਿਗੁਰੂ ਜੀ ਆਤਮਿਕ ਗੁਣਾਂ ਦੇ ਜਨੇਊ ਦੀ ਗੱਲ ਕਰਦੇ ਨੇ। ਇੱਥੇ ਜਨੇਊ ਪਾਉਣ ਦੀ ਗੱਲ ਨਹੀਂ ਹੈ। ਇੱਥੇ ਸਾਡੀ ਜ਼ਿੰਦਗੀ 'ਚ ਗੁਣ ਕੀ ਹੋਣੇ ਚਾਹੀਦੇ ਨੇ ਉਹਦੀ ਗੱਲ ਕਰਦੇ ਨੇ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਸ਼੍ਰੀਮਨ ਭਗਤ ਕਬੀਰ ਸਾਹਿਬ ਜੀ ਦਾ, ਇਹਦੇ ਅੰਦਰ ਵੀ ਜੋਗੀਆਂ ਵਾਲੀ ਸ਼ਬਦਾਵਲੀ ਵਰਤੀ ਹੈ। ਅਸੀਂ ਕਈ ਵਾਰਾਂ ਜਦੋਂ ਅਜਿਹੇ ਸ਼ਬਦਾਂ ਦੇ ਅਰਥ ਕਰਨ ਲੱਗਦੇ ਹਾਂ ਤੇ ਅਸੀਂ ਉਹ ਜੋਗੀਆਂ ਵਾਲੀ ਹੀ ਕਰੀ ਚਲੇ ਜਾਂਦੇ ਹਾਂ ਕਿ ਇੱਥੇ ਜੀ ਪਿੰਗਲਾ ਹੈ, ਇੱਥੇ ਈੜਾ ਹੈ, ਇੱਥੇ ਅਸੀਂ ਧਿਆਨ ਧਰਨਾ, ਇੱਥੇ ਗੰਗਾ ਵਹਿੰਦੀ ਹੈ, ਇੱਥੇ ਜਮਨਾ ਵਹਿੰਦੀ ਹੈ, ਇੱਥੇ ਸਾਡੀ ਜੀ 10ਵਾਂ ਦੁਆਰ ਹੈ।
ਅਸੀਂ ਇਹਦੇ ਅਰਥ ਵੀ ਜੋਗੀਆਂ ਦੀ ਬੋਲੀ 'ਚ ਹੀ ਕਰੀ ਚਲੇ ਜਾਂਦੇ ਹਾਂ। ਜੇ ਜੋਗੀਆਂ ਵਾਲੇ ਕੰਮ ਕਰਨੇ ਨੇ ਤੇ ਫਿਰ ਗੁਰਮਤਿ ਦਾ ਮਾਰਗ ਕੀ ਹੋਇਆ? ਜੋਗੀਆਂ ਦਾ ਸੀ ਹੱਠ ਜੋਗ। ਹੱਠ ਦਾ ਅਰਥ ਹੈ ਕਿ ਭੁੱਖੇ ਰਹਿ ਕੇ, ਸਰੀਰ ਨੂੰ ਕਸ਼ਟ ਦੇ ਕੇ, ਬੜੇ ਬੜੇ ਕਠਿਨ ਤਪ ਕਰਕੇ ਤੇ ਫਿਰ ਜ਼ਿੰਦਗੀ ਦੇ ਅੰਦਰ ਰੱਬ ਦੇ ਪਿਆਰ 'ਚ ਜੁੜਨ ਦੀ ਗੱਲ ਕਰਨੀ। ਜੋਗ ਮੈਣਾ ਜੁੜਨਾ, ਹੱਠ ਜੋਗ ਮੈਣਾ ਹੱਠ ਦੇ ਨਾਲ ਜੁੜਨਾ, ਸਰੀਰ ਨੂੰ ਕਸ਼ਟ ਦੇ ਕੇ ਜੁੜਨਾ। ਪਰ ਗੁਰਮਤਿ ਨੇ ਦਿੱਤਾ ਸਾਨੂੰ ਸਹਿਜ ਜੋਗ, ਆਤਮਿਕ ਗਿਆਨ ਪ੍ਰਾਪਤ ਕਰਨਾ। ਗੁਰਮਤਿ ਨੇ ਕਿਤੇ ਸਰੀਰ ਨੂੰ ਕਸ਼ਟ ਦੀ ਗੱਲ ਨਹੀਂ ਕਹੀ, ਘਰ ਛੱਡਣ ਦੀ ਗੱਲ ਨਹੀਂ ਕਹੀ, ਸਰੀਰ ਤੇ ਸੁਆਹ ਮਲਣ ਦੀ ਗੱਲ ਨਹੀਂ ਕਹੀ, ਕਿਤੇ ਇਹੋ ਜਿਹੇ ਕਠਿਨ ਧਿਆਨ ਧਰਨ ਦੀ ਗੱਲ ਹੀ ਨਹੀਂ ਕਹੀ ਕਿ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਤੇ ਅਸਰ ਪਏ। ਗੁਰਮਤਿ ਗਿਆਨ ਦੀ ਗੱਲ ਕਰਦੀ, ਸਹਿਜ ਜੋਗ। ਗੁਰਮਤਿ ਗਿਆਨ ਦਾ ਮਾਰਗ ਹੈ। ਬਾਬਾ ਕਬੀਰ ਸਾਹਿਬ ਜੀ ਨੇ ਵੀ ਜੋਗੀਆਂ ਵਾਲੇ ਸ਼ਬਦ ਵਰਤੇ ਨੇ, ਪਰ ਕਿੰਨਾ ਸੋਹਣਾ ਉਪਦੇਸ਼ ਭਗਤ ਜੀ ਨੇ ਇਸ ਮੁਖਵਾਕ ਰਾਹੀਂ ਜੋਗੀਆਂ ਨਾਲ ਗੱਲਬਾਤ ਕਰਦਿਆਂ ਦਿੱਤਾ ਕਿ ਜੋਗੀ ਜਨੋ, ਤੁਸੀਂ ਆਪਣੇ ਇਹ ਤਰੀਕੇ ਵਰਤਦੇ, ਹੱਠ ਜੋਗ ਦੇ, ਸਮਾਧੀਆਂ ਲਾਉਂਦੇ ਹੋ, ਕਈ ਤਰ੍ਹਾਂ ਦੇ ਆਸਣ ਲਗਾਉਂਦੇ ਹੋ, ਬਾਹਰਲੇ ਚਿੰਨ੍ਹ ਵੀ ਧਾਰਨ ਕਰਦੇ ਹੋ, ਪਰ ਅਸੀਂ ਜੋ ਤਰੀਕਾ ਵਰਤਿਆ ਹੈ ਨਾ, ਗਿਆਨ ਦਾ ਮਾਰਗ, ਪ੍ਰਭੂ ਦੇ ਪਿਆਰ ਦਾ ਮਾਰਗ, ਉਹਦੇ ਰਾਹੀਂ ਅਸੀਂ ਉਸ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਹੋ ਕੇ ਬੜਾ ਆਨੰਦ ਮਾਣ ਰਹੇ ਹਾਂ, ਸੁੱਖ ਮਾਣ ਰਹੇ ਹਾਂ। ਭਗਤ ਸਾਹਿਬ ਜੀ ਜੋ ਬੜੇ ਗਿਆਨ ਭਰਪੂਰ ਬਚਨ ਜੋਗੀਆਂ ਨਾਲ ਚਰਚਾ ਕਰਦੇ ਸਾਨੂੰ ਸਮਝਾ ਰਹੇ ਨੇ। ਆਪਾਂ ਮਿਲ ਕੇ ਇਹਨਾਂ ਬਚਨਾਂ ਦੀ ਵਿਚਾਰ ਕਰੀਏ, ਗੁਰੂ ਪਿਆਰ 'ਚ ਜੁੜਦੇ ਹਾਂ, ਸਾਰੇ ਹੀ ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ। ਭਗਤ ਜੀ ਦੇ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1159 ਤੇ ਅੰਕਿਤ ਹਨ। ਭਗਤ ਜੀ ਇਸ ਸ਼ਬਦ ਦਾ ਜੋ ਕੇਂਦਰੀ ਪਦ ਹੈ, ਕੇਂਦਰੀ ਬੰਦ ਨੇ, ਉੱਥੇ ਜੋਗੀਆਂ ਨੂੰ ਕਹਿੰਦੇ ਕਿ ਜੋਗੀ ਜਨ, ਤੁਸੀਂ ਧਿਆਨ ਲਗਾਉਂਦੇ ਹੋ, ਤੁਸੀਂ ਕਹਿੰਦੇ ਹੋ ਕਿ ਅਸੀਂ ਸ਼ਿਵਪੁਰੀ 'ਚ ਜਾਂਦੇ ਹਾਂ, ਬ੍ਰਹਮਪੁਰੀ ਜਾਂਦੇ ਹਾਂ, ਜਾਂ ਤੁਸੀਂ ਜ਼ਿੰਦਗੀ 'ਚ ਆਉਣ ਵਾਲੀ ਜ਼ਿੰਦਗੀ ਨੂੰ, ਉਮਰ ਨੂੰ ਤੰਦਰੁਸਤ ਕਰਨ ਦੀ ਗੱਲ ਕਰਦੇ ਹੋ, ਤੁਸੀਂ ਈੜਾ ਪਿੰਗਲਾ ਦੀ ਗੱਲ ਕਰਦੇ ਹੋ। ਪਰ ਜੋਗੀ ਜਨ, ਸਾਡਾ ਮਾਰਗ ਕੀ ਹੈ? ਨਿਜ ਪਦ ਉਪਰ ਲਾਗੋ ਧਿਆਨ। ਤੁਸੀਂ ਧਿਆਨ ਲਗਾਉਂਦੇ ਹੋ, ਤੇ ਜੋਗੀ ਧਿਆਨ ਲਾਉਣ ਦੇ ਲਈ ਗੁਰਬਾਣੀ 'ਚ ਵੀ ਉਹ ਸ਼ਬਦ ਆਏ ਨੇ, ਤੇ ਜੋਗੀਆਂ ਦੀ ਜ਼ਿੰਦਗੀ 'ਚ ਵੀ ਅਜਿਹੀ ਸੋਚ ਵਾਲੇ ਕਈ ਲੋਕ ਨੇ ਜਿਹੜੇ ਕਹਿੰਦੇ ਧਿਆਨ ਲਗਾਉਣਾ ਹੈ ਖਾਸ ਆਸਣ 'ਚ ਬੈਠ ਕੇ, ਧਿਆਨ ਲਗਾਉਣਾ ਹੈ ਕੋਈ ਸ਼ਰਾਬ ਜਾਂ ਭੰਗ ਪੀ ਕੇ, ਫਿਰ ਧਿਆਨ ਬਹੁਤ ਲੱਗਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ। ਜੋਗੀ ਜਨ, ਤੁਸੀਂ ਤੇ ਕਹਿੰਦੇ ਈੜਾ ਪਿੰਗਲਾ ਸੁਖਮਨਾਂ ਨੂੰ ਕਾਬੂ ਕਰਨਾ ਤੇ ਫਿਰ ਕਿਤੇ ਧਿਆਨ ਸਾਡੇ ਦਸੋਂ ਦੁਆਰ ਟਿਕਣਾ, ਪਰ ਨਿਜ ਪਦ ਉੱਪਰ ਲਾਗੋ ਧਿਆਨ। ਸਾਡਾ ਜਿਹੜਾ ਨਿਜ ਪਦ, ਜਿਹੜਾ ਸਵੈ ਸਰੂਪ ਹੈ, ਜਿਹੜਾ ਨਿਜ ਆਸਨ, ਨਿਜ ਘਰ ਜਿਹਨੂੰ ਕਿਹਾ, ਗੁਰਬਾਣੀ ਕਹਿੰਦੀ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਸਾਡਾ ਮਨ ਜਿਹੜਾ ਨਿਜ ਘਰ ਵਿੱਚ, ਜਿਵੇਂ ਕਹਿ ਲਓ ਜੋ ਇਹਦਾ ਅਸਲੀ ਰੂਪ ਹੈ, ਜੋ ਇਹਦਾ ਸਵੈ ਸਰੂਪ ਹੈ, ਉਹਦੇ ਵਿੱਚ ਟਿਕ ਗਿਆ, ਇਹੀ ਸਾਡਾ ਧਿਆਨ ਹੈ। ਸਾਨੂੰ ਹੋਰ ਕੋ ਅੱਖਾਂ ਮੀਟ ਕੇ ਧਿਆਨ ਜੋੜਨ ਦੀ ਲੋੜ ਨਹੀਂ ਹੈ। ਮਨ ਆਪਣੇ ਸਵੈ ਸਰੂਪ ਵਿੱਚ ਲਿਵਲੀਨ ਹੋ ਗਿਆ, ਇਹੀ ਸਾਡਾ ਧਿਆਨ ਹੈ। ਤੇ ਇਹ ਧਿਆਨ ਜੋੜਨ ਦੇ ਲਈ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਉਹ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਹੀ ਰਾਜਾ ਹੈ, ਮਾਲਕ ਹੈ, ਉਸ ਪ੍ਰਮਾਤਮਾ ਦੇ ਨਾਮ ਨੂੰ ਮੈਂ ਬ੍ਰਹਮ ਗਿਆਨ ਬਣਾਇਆ, ਉਹੀ ਮੇਰੇ ਲਈ ਸਭ ਕੁਝ ਹੈ, ਨਾਮ ਹੀ ਮੇਰੇ ਲਈ ਸਭ ਕੁਝ ਹੈ। ਤੁਸੀਂ ਹੋਰ ਅਨੇਕ ਤਰ੍ਹਾਂ ਦੇ ਹੱਠ ਕਰਮ ਕਰਨ ਦੀ ਪ੍ਰੇਰਣਾ ਕਰਦੇ ਹੋ, ਆਸਣ ਕਰਨ ਦੀ ਪ੍ਰੇਰਣਾ ਕਰਦੇ ਹੋ, ਪਰ ਜੋਗੀ ਜਨ ਅਸੀਂ ਨਾਮ ਨਾਲ ਜੁੜੇ ਹਾਂ, ਪਰਮਾਤਮਾ ਦੇ ਪਿਆਰ ਜੁੜੇ ਹਾਂ, ਤੇ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਅਸੀਂ ਸਵੈ ਸਰੂਪ ਵਿੱਚ ਲਿਵਲੀਨ ਹੋ ਗਏ। ਇਹ ਹੀ ਸਾਡਾ ਸਭ ਤੋਂ ਵੱਡਾ ਧਿਆਨ ਹੈ, ਸਵੈ ਸਰੂਪ ਨਿਜ ਪਦ। ਸਾਡਾ ਅਸਲੀ ਸੁਭਾਅ ਕੀ ਹੈ? ਜੋ ਪਰਮਾਤਮਾ ਵਾਲਾ ਸੁਭਾਅ ਹੈ। ਪਰਮਾਤਮਾ ਨਿਰਵੈਰ ਹੈ, ਪਰਮਾਤਮਾ ਨਿਰਭਉ ਹੈ, ਪਰਮਾਤਮਾ ਦੇ ਉੱਪਰ ਕੋਈ ਕਿਸੇ ਵਿਕਾਰ ਦਾ ਅਸਰ ਨਹੀਂ ਹੈ। ਪਰਮਾਤਮਾ ਜਿਹੜਾ ਹੈ ਉਹ ਸਰਬੱਤ ਦਾ ਭਲਾ ਮੰਗਦਾ ਹੈ। ਪਰਮਾਤਮਾ ਦਾ ਸਿਮਰਨ ਕਰਕੇ ਜ਼ਿੰਦਗੀ 'ਚ ਆਗੁਣ ਆ ਜਾਣੇ, ਨਿਰਵੈਰ ਹੋ ਜਾਣਾ, ਨਿਰਭਉ ਹੋ ਜਾਣਾ,
परमात्मा का सिमरन करके जिंदगी अंदर पर उपकारी बन जाना, सरबत के भले की गल करनी, यह है निज पद का अस्थान। यह है स्वैसरूप विच लिवलीनता, रब्बी सुभाव बन जाना जिंदगी अंदर, जो परमात्मा का सुभाव है। इत्थे निज पद का अर्थ ये नहीं है कि काम कार छड्ड के कोई खास लुक के बैठे तो फिर वह ध्यान जोड़ना, ये नहीं है। कोई अभ्यास करता है, मुबारक है भाई, भागां वाला है। पर निज पद का अर्थ है कि परमात्मा का सिमरन करदियां परमात्मा वाले गुण जिंदगी च आ जाने, परमात्मा वर्गा सुभाव बन जाना, परोपकारी बन जाना, निर्वैर हो जाना, सरबत के भले लई विचरना। समझो कि मनुख नूं अपने असली रूप का ज्ञान हो गया। असली साडा सुभाव है परमात्मा वाला। अज जो है साडा सुभाव नहीं, ये प्रभाव है। एक हुंदा प्रभाव, एक हुंदा सुभाव। साडे ते माया का प्रभाव पिया, दुनिया का प्रभाव पिया। कदी असी गुस्से च आ गए, कदी असी वैर च आ गए, कदी असी प्यार च आ गए, कदी असी बड़े संतोख च आ गए, कदी असी बड़े लोभी बन गए, कदी असी बड़े हंकारी बन गए, कदी क्रोधी बन गए। ये असी अपने असली सुभाव तो टुटे हुए हैं। साडा असली सुभाव है जो परमात्मा का सुभाव है। जोगी जन परमात्मा के नाम नाल जुड़ के असी परमात्मा च लिवलीन हो गए, अपने निज घर च पहुँच गए, अपने स्वैसरूप नूं जान लिया। साडा तो यही ध्यान है। तुसीं कहंदे कि इस तरीके नाल ध्यान करो, इदां आसन लगाओ, ऐ पीओ, ऐ करो, पर साडा ध्यान है अपने स्वैसरूप विच लिवलीन होना। आरंभ तो गल की शिव की पुरी बसै बुद्ध सार। जोगी जन जदों असीं परमात्मा का सिमरन करते हैं ना, तो परमात्मा का सिमरन करदे साडी जिहड़ी बुद्धि है सार में ना श्रेष्ठ बन जाती है। परमात्मा के सिमरन करन दा लाभ की है, जां क्यों करना चाहिए, काहदे लई करना चाहिए। ये नहीं कि मैं इन्ने दिन सिमरन करांगा मेरी वो लोड़ पूरी हो जाएगी। असीं परमात्मा नूं एक दुकान ही समझिया कि यह पाठ कर लो यह चीज़ मिल जाएगी, यह पाठ कर लो यह चीज़ मिल जाएगी। मनुख दे कोल ते सब कुछ है। मनुख नूं ते परमात्मा ने राजा बना के भेजे, राजा। मनुख नूं ज्ञान नहीं है उहदे कोल की है, ये गल वखरी है, पर किसी मनुख नूं किसी नालों को घट नहीं दिता। दुनिया का जो कुछ भी है वो हर मनुख दा है, मनुख दा मालिक है, पर ज्ञान नहीं। परमात्मा का सिमरन इस करके करना है कि साडे अंदरों अनुभव, साडे अंदरों ज्ञान प्रगट हुंदा है, सानूं सोझी हुंदी, विवेक मत पैदा हुंदी है कि किहड़ी चीज़ चाहीदी है, किहड़ी साडी लोड़ है। जिथों तक जिउंदे रहण दी गल है ना, रोटी दी गल, वो थोड़ी मेहनत कीती हर मनुख नूं मिल जाती है। पशु पंछी भी तो जी रहे हैं, वो किहड़े कि दुकानां खोल के बैठे ने, वो किहड़े वड्डे वड्डे बिजनस चला रहे हैं, बड़ा सोहनी जिंदगी जी रहे हैं पशु पंछी। मनुख क्यों नहीं जिएगा? मनुख नूं ते दो हाथ दिते ने, पैर दिते ने, किरत करने के लिए बड़े साधन दिते ने। मनुख ते धरती का मालिक है, पशु मालिक नहीं है, मनुख मालिक है। इन्हां सारियां दा मालिक मनुख है। पर यह मनुख अपनी उस मलकीयत नूं, अपने उस राज नूं भुल गया ते मंगता बन के विचरन लग पे। सोचदा कि धन इकट्ठा करनी मेरी ड्यूटी है, कर लो सारी जिंदगी। बड़े बड़े रुतबियां लई लड़ना, धरती मलना ही मेरी ड्यूटी है। अज तक धरती मलन वाले बड़े आए, चले गए, कोई नहीं बैठा रहा। धरती उत्थे दी उत्थे ही है। दरअसल वाहिगुरू जी ने हर सब कुछ हर मनुख नूं दिता है, पर ओदी सानू सोझी किवें होए, ओदा सानू पता किवें लगे। ज्यों ज्यों परमात्मा का सिमरन करांगे साडे अंदर प्रकाश होएगा, साडे अंदर विवेक मत आएगी, साडे अंदर ज्ञान आएगा, सानू सोझी मिलेगी। परमात्मा के सिमरन का अर्थ यह है कि सानू ज्ञान होएगा। जे परमात्मा का सिमरन करदे सानू ज्ञान नहीं होया तो असीं परमात्मा का सिमरन नहीं कर रहे, असीं दुनिया का कर रहे हैं। बहुत सारे मेरे वर्गे दुनिया का सिमरन नहीं करते हैं। एक हथ च वाला हुंदी है, रब रब राम राम, दूजे बन्ने रब जी यह चीज़ दे दो, यह दे दो। सिमरन तो दुनिया का कर रहे हैं। परमात्मा का सिमरन जो होएगा फिर बंदा दुनिया दीयां वस्तुआं नहीं मंगेगा, फिर तो वो प्यार च ही जुड़ जाएगा। जदों परमात्मा का सिमरन होएगा अंदरों मैल कट्टी जाएगी, अंदरों हनेरा मिट जाएगा, अंदर चानण हो जाएगा, अंदर विवेक मत आ जाएगी, साडी बुद्धि श्रेष्ठ हो जाएगी। तुसीं धन नाल अमीर नहीं बन सकते। जिन्ना बहुते को धन, बहुता धन किसी को उन्ना ही वो गरीब है, उन्ना ही वो भुख है, उन्ना ही लोगों ते जुल्म करता है। जिन्ना बहुता धन आ गया उन्नी भुख मनुख की वधदी चली जाती है। जिन्ना वड्डा रुतबा आ गया उन्ना मनुख डर दे विच है। तुसीं देखदे रुतबियां ते बैठे अपने आले दुआले 25-25 30 सिपाही लई फिरदे, वो काहदे रुतबे ने? जे डर के विचरने अपने मुल्क दे अंदर। जिन्ना लोगां नूं
ਆਪਣੀ ਪ੍ਰਜਾ ਤੋਂ ਡਰ ਲੱਗਦਾ ਹੈ। ਜਿਨ੍ਹਾਂ ਲੋਕਾਂ ਨੂੰ ਆਮ ਲੋਕਾਂ ਦੇ ਵਿੱਚ ਵਿਚਰਨ ਤੋਂ ਡਰ ਲੱਗਦਾ ਹੈ, ਉਹਨਾਂ ਨੂੰ ਤੁਸੀਂ ਹਾਕਮ ਥੋੜ੍ਹਾ ਕਹਿ ਸਕਦੇ ਹੋ, ਤੇ ਕੈਦੀ ਨੇ ਉਹ। ਦਰਅਸਲ ਉਹ ਹਾਕਮ ਨਹੀਂ ਹੋ ਸਕਦੇ, ਕੈਦੀ ਨੇ ਉਹ। ਮਨੁੱਖ ਨੂੰ ਵਾਹਿਗੁਰੂ ਜੀ ਨੇ ਸਭ ਕੁਝ ਦਿੱਤਾ ਹੈ, ਪਰ ਮਨੁੱਖ ਦੇ ਕੋਲ ਗਿਆਨ ਨਹੀਂ। ਜਦੋਂ ਤੁਹਾਡੇ ਕੋਲ ਗਿਆਨ ਆਏਗਾ ਪ੍ਰਮਾਤਮਾ ਦਾ ਸਿਮਰਨ ਕਰਕੇ, ਫਿਰ ਸਾਡੀ ਦ੍ਰਿਸ਼ਟੀ ਪਤਾ ਕਿੰਨੀ ਵੱਡੀ ਬਣ ਜਾਏਗੀ। ਇੱਕ ਰੋਜ਼ ਪੜ੍ਹਦੇ ਆਪਾਂ ਬਚਨ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਤਿੱਥੇ ਜੋਧ ਮਹਾਬਲ ਸੂਰ ਤਨ ਮੈਂ ਰਾਮ ਰਿਆ। ਉੱਥੇ ਜਾ ਕੇ ਮਨੁੱਖ ਦੇ ਅੰਦਰ ਗਿਆਨ ਪ੍ਰਚੰਡ ਹੋ ਜਾਂਦਾ। ਉਹ ਦੇਖਦਾ ਕਿਤੇ ਪੌਣ ਪਾਣੀ ਬਹਿ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੀ ਵੇਸ। ਪਤਾ ਨਹੀਂ ਕਿੰਨੇ ਬ੍ਰਹਮਾ ਨੇ, ਕਿੰਨੇ ਵਿਸ਼ਨੂੰ ਨੇ, ਕਿੰਨੇ ਸ਼ਿਵ ਨੇ, ਕਿੰਨੀਆਂ ਧਰਤੀਆਂ ਨੇ। ਐਡੀ ਉਹਦੀ ਸੋਚ ਵਿਸ਼ਾਲ ਹੋ ਜਾਂਦੀ ਇੱਥੇ ਪਹੁੰਚ ਗਿਆ। ਸਾਨੂੰ ਤੇ ਆਪਣੇ ਘਰ ਦੇ ਆਲੇ ਦੁਆਲੇ ਦਾ ਗਿਆਨ ਨਹੀਂ, ਆਪਣੇ ਸ਼ਹਿਰ ਦਾ ਗਿਆਨ ਨਹੀਂ ਹੈ। ਬਾਕੀ ਤੇ ਮੁਲਕ ਬਹੁਤ ਵੱਡਾ ਹੈ। ਮਨੁੱਖ ਦੀ ਦ੍ਰਿਸ਼ਟੀ ਇੰਨੀ ਦਿਵ ਦ੍ਰਿਸ਼ਟੀ ਹੋ ਜਾਂਦੀ, ਵਿਸ਼ਾਲ ਹੋ ਜਾਂਦੀ ਹੈ। ਉਹ ਕਹਿੰਦੇ ਇੱਕ ਧਰਤੀ ਨਹੀਂ, ਪਤਾ ਨਹੀਂ ਕਿੰਨੀਆਂ ਧਰਤੀਆਂ ਨਜ਼ਰ ਆ ਰਹੀਆਂ ਨੇ, ਕਿੰਨੀਆਂ ਹੀ ਹਵਾਵਾਂ ਨੇ, ਕਿੰਨੀਆਂ ਹੀ ਖਾਣੀਆਂ ਨੇ, ਕਿੰਨੇ ਅਨੇਕਾਂ ਅਵਤਾਰੀ ਪੁਰਖ ਧਰਤੀ ਤੇ ਆ ਰਹੇ ਨੇ, ਜਾ ਰਹੇ ਨੇ। ਪਰ ਕਦੋਂ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ, ਸਾਡੀ ਮਤ ਸ੍ਰੇਸ਼ਟ ਹੋਏਗੀ। ਮੈਂ ਬੇਨਤੀ ਕਰ ਰਿਹਾ, ਤੁਸੀਂ ਅਮੀਰ ਉਦੋਂ ਬਣਨਾ ਜਦੋਂ ਅੰਦਰੋਂ ਅਨੁਭਵ ਪੈਦਾ ਹੋਏਗਾ। ਤੁਹਾਡੀ ਜ਼ਿੰਦਗੀ ਦਾ ਇੱਕ ਅਨੁਭਵ, ਇੱਕ ਡਿਸੀਜਨ ਤੁਹਾਨੂੰ ਜ਼ਿੰਦਗੀ 'ਚ ਰਾਜੇ ਬਣਾ ਸਕਦਾ ਹੈ। ਇੱਕ ਮਾੜੀ ਗੱਲ ਤੁਹਾਨੂੰ ਜ਼ਿੰਦਗੀ 'ਚ ਮੰਗਤਿਆਂ ਬਣਾ ਸਕਦੀ ਹੈ। ਉਹ ਅੰਦਰੋਂ ਪ੍ਰਮਾਤਮਾ ਗਿਆਨ ਦਿੰਦਾ ਹੈ, ਸੋਝੀ ਦਿੰਦਾ ਹੈ। ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਹਾਂ, ਮਨੁੱਖ ਦੀ ਮਤ ਸ੍ਰੇਸ਼ਟ ਹੁੰਦੀ ਹੈ, ਉਜਲ ਹੁੰਦੀ ਹੈ, ਪਵਿੱਤਰ ਹੁੰਦੀ ਹੈ। ਤੇ ਸਾਹਿਬ ਕਹਿੰਦੇ ਸ਼ਿਵ ਕੀ ਪੁਰੀ ਬਸੈ ਬੁੱਧ ਸਾਰ। ਹੁਣ ਸਾਡੀ ਮਤ ਪ੍ਰਮਾਤਮਾ ਦਾ ਸਿਮਰਨ ਕਰਕੇ ਸ੍ਰੇਸ਼ਟ ਹੋ ਗਈ, ਤੇ ਹੁਣ ਅਸੀਂ ਸ਼ਿਵ ਕੀ ਪੁਰੀ। ਸ਼ਿਵ ਦੇ ਬੜੇ ਅਰਥ ਨੇ। ਸ਼ਿਵ ਦਾ ਅਰਥ ਜਿਹਨੂੰ ਭੋਲੇਨਾਥ ਮਹਾਦੇਵ ਕਹਿੰਦੇ, ਹਿੰਦੂ ਵੀਰ ਉਹਨੂੰ ਵੀ ਸ਼ਿਵ ਕਹਿੰਦੇ ਨੇ। ਸ਼ਿਵ ਦਾ ਅਰਥ ਇੱਥੇ ਕਲਿਆਣ ਸਰੂਪ ਪਰਮਾਤਮਾ ਹੈ। ਸ਼ਿਵ ਦਾ ਅਰਥ ਹੁੰਦਾ ਹੈ ਚੇਤਨਤਾ। ਸ਼ਿਵ ਦਾ ਅਰਥ ਬ੍ਰਹਮਾ ਵੀ ਹੈ। ਸ਼ਿਵ ਦੇ ਬਹੁਤ ਅਰਥ ਨੇ। ਸ਼ਿਵ ਦਾ ਅਰਥ ਇੱਥੇ ਹੈ ਚੇਤਨਤਾ, ਕਲਿਆਣ ਸਰੂਪ ਪਰਮਾਤਮਾ ਵਿੱਚ ਜੁੜਨ ਵਾਲੀ ਅਵਸਥਾ। ਸਾਹਿਬ ਕਹਿੰਦੇ ਜਦੋਂ ਸਾਡੀ ਮਤ ਸ੍ਰੇਸ਼ਟ ਹੋਈ, ਤੇ ਹੁਣ ਅਸੀਂ ਹਮੇਸ਼ਾ ਉੱਥੇ ਵਸਦੇ ਜਿੱਥੇ ਹਮੇਸ਼ਾ ਮਨ ਅਵੇਅਰ ਰਹਿੰਦਾ, ਜਾਗਰੂਕ ਰਹਿੰਦਾ, ਚੇਤਨ ਰਹਿੰਦਾ। ਕੋਈ ਮਾਇਆ ਸਾਡੇ ਤੇ ਭਾਰੂ ਨਹੀਂ ਹੋ ਸਕਦੀ, ਕੋਈ ਬੁਰਾਈ ਸਾਡੇ ਤੇ ਭਾਰੂ ਨਹੀਂ ਹੋ ਸਕਦੀ, ਕੋਈ ਦੁਨਿਆਵੀ ਲੱਗ ਲਬੇੜ ਸਾਨੂੰ ਲੱਗ ਹੀ ਨਹੀਂ ਸਕਦਾ। ਚੇਤਨ, ਹਮੇਸ਼ਾ ਜਾਗਰਤ, ਹਮੇਸ਼ਾ ਸੁਚੇਤ, ਹਮੇਸ਼ਾ ਅਵੇਅਰ, ਗਿਆਨ ਦੇ ਵਿੱਚ ਟਿਕਣਾ। ਭਗਤ ਜੀ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਕੇ ਸਾਡੀ ਮਤ ਇੰਨੀ ਸ੍ਰੇਸ਼ਟ ਹੋ ਗਈ ਕਿ ਹੁਣ ਅਸੀਂ ਤੇ ਉੱਥੇ ਵਸ ਰਹੇ ਹਾਂ ਜਿੱਥੇ ਪ੍ਰਮਾਤਮਾ ਦੇ ਵਿੱਚ ਹੀ ਜੁੜੇ ਰਹੀਦਾ। ਉਸ ਅਵਸਥਾ 'ਚ ਪਹੁੰਚ ਗਏ ਹਾਂ। ਤਹਿ ਤੋਂ ਮਿਲ ਕੇ ਕਰੋ ਵਿਚਾਰ। ਜੋਗੀ ਜਨ ਜੇ ਮੇਰੇ ਨਾਲ ਚਰਚਾ ਕਰਨੀ ਹੈ ਨਾ, ਇੱਥੇ ਪਹੁੰਚ ਕੇ ਕਰੋ। ਦੇਖੋ ਚਰਚਾ ਜਦੋਂ ਆਪਾਂ ਕਰਦੇ ਹਾਂ ਨਾ, ਜੇ ਮਨੁੱਖ ਦਾ ਪੱਧਰ ਇੱਕੋ ਜਿਹਾ ਨਾ ਹੋਏ ਤੇ ਫਿਰ ਝਗੜਾ ਹੀ ਹੁੰਦਾ ਹੈ। ਕਿਉਂਕਿ ਇੱਕ ਬੰਦਾ ਬਹੁਤ ਉੱਚੇ ਗਿਆਨ ਵਾਲਾ, ਇਵੇਂ ਕਹਿ ਲਓ ਕਿ ਇੱਕ ਬੰਦਾ ਪ੍ਰਾਇਮਰੀ 'ਚ ਪੜ੍ਹਿਆ, ਇੱਕ ਬੰਦਾ ਯੂਨੀਵਰਸਿਟੀ ਦਾ ਪੜ੍ਹਿਆ, ਦੋਵਾਂ ਦੀ ਚਰਚਾ ਵਾਰਾ ਖਾਏਗੀ। ਕੁਝ ਸਾਡੇ ਆਲੇ ਦੁਆਲੇ ਹੀ ਕੁਝ ਹੋ ਰਿਹਾ। ਕਈ ਲੋਕਾਂ ਨੂੰ ਧਰਮ ਦੀ ਬਿਲਕੁਲ ਸੋਝੀ ਨਹੀਂ ਹੈ, ਤੇ ਉਹ ਵੇਖਿਆ ਫੇਸਬੁੱਕ ਤੇ ਵਿਦਵਾਨ ਹੀ ਬਣੇ ਬੈਠੇ ਨੇ, ਜੋ ਮੂੰਹ ਆਉਂਦਾ ਬੋਲੀ ਚਲੇ ਜਾਂਦੇ ਨੇ, ਕਿਸੇ ਨੂੰ ਮਾੜੀਆਂ ਗੱਲਾਂ ਕਰਦੇ ਨੇ, ਕਿਸੇ ਨੂੰ ਬੁਰੀਆਂ ਗੱਲਾਂ ਕਰਦੇ ਨੇ। ਧਰਮ ਦੇ ਅਰਥ ਆਪਣੀ ਮਰਜ਼ੀ ਦੇ ਕੀਤੇ ਹੋਏ ਨੇ ਲੋਕਾਂ ਨੇ। ਜਦੋਂ ਵੀ ਚਰਚਾ ਹੋਣੀ ਹੈ, ਚਰਚਾ ਇੱਕ ਲੈਵਲ ਦੇ ਲੋਕਾਂ ਦੀ ਹੋਣੀ ਚਾਹੀਦੀ ਹੈ। ਕਿਸੇ ਵੀ ਮਤ ਦਾ ਹੋਏ ਉਹਦਾ ਲੈਵਲ ਤਾਂ ਇੱਕ ਹੋਏ। ਭਗਤ ਜੀ ਕਹਿੰਦੇ ਜੋਗੀ ਜਨ ਮੇਰੀ ਤਾਂ ਸੁਰਤ ਉੱਥੇ ਪਹੁੰਚੀ ਹੈ, ਪਰਮਾਤਮਾ ਦਾ ਸਿਮਰਨ ਕਰਕੇ ਸ੍ਰੇਸ਼ਟ ਬਣ ਗਈ, ਤੇ ਕਲਿਆਣ ਰੂਪ ਪਰਮਾਤਮਾ ਜਿੱਥੇ ਚੇਤਨਤਾ ਹੀ ਹੈ, ਜਾਗਰਤ ਹੈ, ਉੱਥੇ ਪਹੁੰਚ ਗਿਆ ਮੈਂ। ਜੇ ਮੇਰੇ ਨਾਲ ਚਰਚਾ ਕਰਨੀ ਤਹਿ ਤੋਂ ਮਿਲ ਕੇ ਕਰੋ ਵਿਚਾਰ। ਇੱਥੇ ਪਹੁੰਚ ਕੇ ਚਰਚਾ ਕਰੋ, ਇਸ ਗੱਲ ਦੀ ਚਰਚਾ ਕਰੋ। ਈਤ ਓਤ ਕੀ ਸੋਝੀ ਪਰੈ। ਜਦੋਂ ਇੱਥੇ ਪਹੁੰਚਾਂਗੇ ਨਾ, ਈਤ ਉਦਰਥ ਕੇ ਹੁਣ ਕਿਵੇਂ ਜਿਉਣਾ ਹੈ ਤੇ ਆਉਣ ਵਾਲੀ ਜ਼ਿੰਦਗੀ ਕਿਵੇਂ ਜਿਉਣੀ ਹੈ, ਹਲਤ ਪਲਤ ਦਾ ਪਤਾ ਲੱਗ ਜਾਏਗਾ। ਸਾਨੂੰ ਤਾਂ ਹੁਣ ਹੀ ਨਹੀਂ ਪਤਾ ਕਿਵੇਂ ਜਿਉਣਾ, ਤੇ ਗੱਲ ਅਸੀਂ ਧਰਮ ਦੀ ਕਰ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਹੈ। ਇੱਕ ਬੰਨੇ ਮੇਰੇ ਵਰਗੇ ਧਾਰਮਿਕ ਲੋਕ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਤੇ ਜੇਬਾਂ ਗੋਲੀਆਂ ਨਾਲ ਭਰੀਆਂ ਹੋਈਆਂ ਨੇ ਉਹਨਾਂ ਦੀਆਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰੀਰਕ ਜੀਵਨ 'ਚ ਕਿਵੇਂ ਰਹਿਣਾ ਹੈ, ਸਰੀਰ ਨੂੰ ਸੰਭਾਲਣਾ ਕਿਵੇਂ ਹੈ। ਧਰਮ ਦਾ ਅਰਥ ਕੋਈ ਮਾਲਾ ਫੇਰਨਾ ਨਹੀਂ, ਧਰਮ ਦਾ ਅਰਥ ਕੋਈ ਰੱਬ ਕਰਨਾ ਨਹੀਂ। ਧਰਮ ਦਾ ਅਰਥ ਹੈ ਕਿ ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਕਿਵੇਂ ਰਹਿਣਾ ਹੈ, ਤੁਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ। ਧਰਮ ਦਾ ਅਰਥ ਹੈ ਕਿ ਤੁਹਾਡਾ ਆਪਣੇ ਸਰੀਰ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਸਮਾਜ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਪਰਮਾਤਮਾ ਪ੍ਰਤੀ ਕੀ ਫਰਜ਼ ਹੈ।
ਤੁਹਾਡਾ ਲੋਕਾਂ ਪ੍ਰਤੀ ਕੀ ਵਿਹਾਰ ਹੋਣਾ ਚਾਹੀਦਾ। ਧਰਮ ਦਾ ਅਰਥ ਇਹ ਹੈ, ਅਸੀਂ ਧਰਮੀ ਉਹਨੂੰ ਮੰਨ ਲਿਆ ਜਿਹਨੇ ਖਾ ਖਾ ਕੇ ਆਪਣਾ ਢਿੱਡ ਢੋਲ ਵਰਗਾ ਬਣਾਇਆ, ਉੱਠਿਆ ਉਹਦੇ ਕੋਲ ਜਾਂਦੇ, ਕਹਿੰਦੇ ਜੀ ਬੜਾ ਵੱਡਾ ਸੰਤ ਹੈ, ਤਾਂ ਪੁੱਛੋ ਕੁਝ ਨਾ, 50 ਰੋਗ ਲੱਗੇ ਨੇ, ਬੜਾ ਵੱਡਾ ਸੰਤ ਹੈ। ਦੇਖੋ, ਜੇ ਆਪਾਂ ਸਰੀਰ ਹੀ ਨਹੀਂ ਸੰਭਾਲ ਸਕੇ ਤੇ ਅਸੀਂ ਦੁਨੀਆ ਨੂੰ ਕਿੱਥੋਂ ਸੰਭਾਲਣਾ ਹੈ। ਜੇ ਅਸੀਂ ਆਪਣੇ ਆਪ ਨੂੰ ਨਾ ਸੰਭਾਲ ਸਕੇ, ਦੂਜਿਆਂ ਨੂੰ ਕੀ ਆਪਾਂ ਉਪਦੇਸ਼ ਦੇਣਾ ਹੈ। ਭਗਤ ਜੀ ਕਹਿੰਦੇ ਨੇ ਕਿ ਜਦੋਂ ਇੱਥੇ ਪਹੁੰਚੇ ਨਾ ਬੰਦਾ, ਜਿਹਨੂੰ ਕਹਿੰਦੇ ਆਪਾਂ ਕਲਿਆਣ ਸਰੂਪ ਪਰਮਾਤਮਾ ਜੁੜ ਕੇ ਅੰਦਰੋਂ ਚੇਤਨ ਹੋ ਜਾਏ, ਜਾਗਰੂਕ ਹੋ ਜਾਏ, ਫਿਰ ਬੰਦੇ ਨੂੰ ਅੱਜ ਦਾ ਗਿਆਨ ਹੁੰਦਾ ਹੈ ਕਿ ਅੱਜ ਮੈਂ ਜਿਉਣਾ ਕਿਵੇਂ, ਮੇਰਾ ਸਮਾਜ ਪ੍ਰਤੀ ਕੀ ਫਰਜ਼ ਹੈ, ਮੇਰਾ ਸਰੀਰ ਪ੍ਰਤੀ ਕੀ ਫਰਜ਼ ਹੈ, ਮੇਰਾ ਆਪਣੇ ਪਰਿਵਾਰ ਪ੍ਰਤੀ ਕੀ ਫਰਜ਼ ਹੈ। ਊਤ ਦਾ ਅਰਥ ਹੈ ਕਿ ਆਉਣ ਵਾਲੀ ਜ਼ਿੰਦਗੀ 'ਚ ਮੈਂ ਕਿਵੇਂ ਸੁਖੀ ਰਹਿਣਾ। ਉਹ ਬੰਦਾ ਦੂਰ ਦ੍ਰਿਸ਼ਟੀ ਨਾਲ ਚੱਲਦਾ ਹੈ। ਉਹਨੂੰ ਗੁਰੂ ਕਾ ਇੱਕ ਬਚਨ ਮਿਲਿਆ ਹੈ ਕਿ ਦਿਲ ਲੰਮੀ ਨਜ਼ਰ ਨਿਹਾਲੀ ਹੈ। ਇਹ ਨਹੀਂ ਕਿ ਅੱਜ ਹੀ ਪੈਸੇ ਇਕੱਠੇ ਕਰੀ ਜਾਓ ਜਾਂ ਅੱਜ ਜੋ ਗਏ ਜੀਓ। ਆਉਣ ਵਾਲੀ ਜ਼ਿੰਦਗੀ 'ਚ ਆਪਾਂ ਕਿਵੇਂ ਜਿਉਣਾ, ਆਉਣ ਵਾਲੇ ਜੀਵਨ 'ਚ ਸੁਖੀ ਕਿਵੇਂ ਰਹਿਣਾ। ਮਨੁੱਖ ਨੂੰ ਇਤ ਉਤ ਦਾ, ਇਵੇਂ ਕਹਿ ਲਓ, ਹੋਣ ਵਾਲੀ ਜ਼ਿੰਦਗੀ ਦਾ ਤੇ ਆਉਣ ਵਾਲੇ ਜੀਵਨ ਦਾ ਗਿਆਨ ਹੋ ਜਾਂਦਾ ਹੈ। ਕੌਣ ਕਰਮ ਮੇਰਾ ਕਰ ਕਰ ਮਰੈ। ਤੇ ਫਿਰ ਇੱਥੇ ਪਹੁੰਚ ਕੇ ਬੰਦਾ ਇਹੋ ਜਿਹੀ ਅਵਸਥਾ 'ਚ ਪਹੁੰਚ ਜਾਂਦਾ ਹੈ, ਕੋਈ ਮਮਤਾ ਵਾਲੇ ਕਰਮ ਨਹੀਂ ਕਰਦਾ। ਮੇਰਾ ਕਰਮ ਦਾ ਹੈ ਕਿ ਮਮਤਾ ਵਾਲੇ ਕਰਮ, ਕਿ ਮੇਰਾ ਹੀ ਸਭ ਕੁਝ ਬਣ ਜੇ, ਸਭ ਕੁਝ ਮੈਨੂੰ ਮਿਲ ਜਾਏ, ਮੈਂ ਹੀ ਸਭ ਕੁਝ ਹਾਂ, ਮੇਰੇ ਪਰਿਵਾਰ ਲਈ ਇਹ ਸਾਰੇ ਕਰਮ ਮੇਰਾ ਮੇਰਾ ਵਾਲੇ ਨੇ। ਫਿਰ ਅਜਿਹੀ ਅਵਸਥਾ ਵਿੱਚ ਪਹੁੰਚਿਆ ਬੰਦਾ ਇਹੋ ਜਿਹੇ ਕੰਮ ਨਹੀਂ ਕਰਦਾ ਜਿਨ੍ਹਾਂ ਕੰਮਾਂ ਦੇ ਕਰਨ ਨਾਲ ਉਹ ਆਤਮਿਕ ਮੌਤੀ ਮਰਦਾ ਹੋਵੇ। ਉਹ ਕੰਮ ਨਹੀਂ ਕਰਦਾ ਜਿਹੜੇ ਕਿ ਉਹਦੇ ਅੰਦਰ ਮਮਤਾ ਪੈਦਾ ਕਰਨ ਜਾਂ ਉਹਦੇ ਅੰਦਰ ਕੇਵਲ ਦੁਨਿਆਵੀ ਪਕੜ ਪੈਦਾ ਕਰਨ। ਉਹ ਕੰਮ ਕਰਦਾ ਹੀ ਨਹੀਂ ਹੈ। ਜੋਗੀ ਜਨ ਨਿਜ ਪਦ ਉੱਪਰ ਲਾਗੋ ਧਿਆਨ। ਸਾਡਾ ਤਾਂ ਨਿਜ ਪਦ ਸਵੈ ਸਰੂਪ ਵਿੱਚ ਧਿਆਨ ਲੱਗ ਗਿਆ। ਸਾਡਾ ਜਿਹੜਾ ਆਪਣਾ ਆਤਮਿਕ ਸਰੂਪ, ਉਹਦੇ 'ਚ ਅਸੀਂ ਟਿਕ ਗਏ ਹਾਂ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਤੇ ਉਹ ਪਰਮਾਤਮਾ ਜਿਹੜਾ ਹੈ ਨਾ, ਪਰਮਾਤਮਾ ਦਾ ਨਾਮ ਜਿਹੜਾ ਹੈ, ਉਹੀ ਸਾਡੇ ਲਈ ਬ੍ਰਹਮ ਗਿਆਨ ਦਾ ਸਾਧਨ ਹੈ। ਇਹ ਕੋਈ ਧਿਆਨ ਧਰ ਧਰ ਕੇ, ਅੱਖਾਂ ਮੀਟ ਮੀਟ ਕੇ ਅਸੀਂ ਗਿਆਨ ਨਹੀਂ ਪ੍ਰਾਪਤ ਕਰਦੇ। ਪਰਮਾਤਮਾ ਦੇ ਪਿਆਰ ਜੁੜ ਕੇ ਅੰਦਰੋਂ ਸਾਡੀ ਮਤ ਉਜਲ ਹੋ ਗਈ, ਪਰਮਾਤਮਾ ਦੀ ਸੋਝੀ ਹੋ ਗਈ, ਇਹੀ ਸਾਡਾ ਬ੍ਰਹਮ ਗਿਆਨ ਹੈ। ਰਹਾਉ ਮੂਲ ਦੁਆਰੈ ਬੰਦਿਆ ਬੰਦ। ਇਹ ਸਾਰੀ ਸ਼ਬਦਾਵਲੀ ਜਿਹੜੀ ਹੈ ਨਾ, ਜੋਗੀਆਂ ਦੀ ਹੈ, ਸ਼ਿਵ ਕੀ ਪੁਰੀ ਵਾਲੀ ਜਾਂ ਬ੍ਰਹਮ ਗਿਆਨ ਦੀ। ਔਰ ਇਸੇ ਤਰੀਕੇ ਦੇ ਨਾਲ ਮੂਲ, ਜੋਗੀ ਜਨ ਕਹਿੰਦੇ ਨੇ ਕਿ ਸਾਡੀ ਜਿਹੜੀ ਕੰਗਰੋੜ ਹੈ, ਇਹਦਾ ਮੂਲ ਇੱਥੋਂ ਸ਼ੁਰੂ ਹੁੰਦਾ, ਅਖੀਰਲਾ ਸਰਾਏ ਹੈ, ਇੱਥੇ ਈੜਾ ਹੈ, ਪਿੰਗਲਾ ਹੈ, ਇੱਥੇ ਸੁਖਮਨਾ ਹੈ। ਇਹੋ ਜਿਹੀ ਬੜੀ ਉਹਨਾਂ ਦੀ ਸ਼ਬਦਾਵਲੀ ਵੱਖਰੀ ਹੈ। ਭਗਤ ਜੀ ਕਹਿੰਦੇ ਮੂਲ ਦੁਆਰੈ ਬੰਦਿਆ ਬੰਦ। ਮੂਲ ਜੋ ਸਾਰਿਆਂ ਦਾ ਮੂਲ ਹੈ, ਸਾਰਿਆਂ ਦਾ ਮੁੱਢ ਹੈ ਪਰਮਾਤਮਾ। ਉਸ ਪਰਮਾਤਮਾ ਦੇ ਪਿਆਰ 'ਚ ਅਸੀਂ ਜੁੜੇ ਹਾਂ, ਮੂਲ ਵਿੱਚ ਜੁੜੇ ਹਾਂ। ਇਹੀ ਹੈ ਮਾਇਆ ਵੱਲੋਂ ਬਚਣ ਦਾ ਇੱਕ ਤਰੀਕਾ। ਜੋਗੀ ਕਹਿੰਦੇ ਜੇ ਤੁਸੀਂ ਮਾਇਆ ਤੋਂ ਬਚਣਾ ਤੇ ਇਸ ਤਰੀਕੇ ਨਾਲ ਕੰਗਰੋੜ ਸਿੱਧੀ ਕਰਕੇ ਬੈਠੋ, ਇੱਥੇ ਅੱਖਾਂ ਮੀਟ ਕੇ ਧਿਆਨ ਤ੍ਰਿਕੁਟੀ 'ਚ ਲਗਾਓ, ਇੱਥੇ ਈੜਾ ਹੈ, ਸੁਖਮਨਾ ਹੈ। ਬਹੁਤ ਉਹਨਾਂ ਦਾ ਮਾਰਗ ਹਠ ਯੁਗ ਦਾ ਮਾਰਗ ਹੈ। ਪਰ ਭਗਤ ਜੀ ਕਹਿੰਦੇ ਮੂਲ ਦੁਆਰ ਹੈ ਬੰਦਿਆ ਬੰਦ। ਜੋਗੀ ਜਨ ਅਸੀਂ ਜੋ ਉਸ ਪਰਮਾਤਮਾ ਦੇ ਪਿਆਰ 'ਚ ਆਪਣੀ ਸੁਰਤ ਜੋੜ ਲਈ ਨਾ, ਮੂਲ ਵਿੱਚ ਆਪਣੀ ਸੁਰਤ ਜੋੜ ਲਈ, ਇਹੀ ਹੈ ਮਾਇਆ ਵੱਲੋਂ ਬੰਧਨ ਮਾਰ ਲਿਆ ਸੀ। ਜਿਵੇਂ ਪਾਣੀ ਆਉਂਦਾ ਹੋਏ ਅੱਗੇ ਵੱਟ ਨਹੀਂ ਮਾਰ ਦਿੰਦੇ ਆਪਾਂ, ਬੰਨਾ ਮਾਰ ਦਿੰਦੇ ਹਾਂ। ਮਾਇਆ ਵੱਲੋਂ ਬਚਣ ਦਾ ਜਿਹੜਾ ਤਰੀਕਾ ਹੈ, ਬੰਧ ਮਾਰਿਆ, ਉਹ ਇਹ ਹੈ ਕਿ ਅਸੀਂ ਮੂਲ ਨਾਲ ਜੁੜ ਗਏ, ਪਰਮਾਤਮਾ ਦੇ ਪਿਆਰ ਜੁੜ ਗਏ। ਪਰਮਾਤਮਾ ਦੇ ਪਿਆਰ ਜੁੜ ਕੇ ਹੁਣ ਕੋਈ ਮਾਇਆ ਸਾਡੇ ਤੇ ਪ੍ਰਭਾਵ ਨਹੀਂ ਪਾਉਂਦੀ, ਸਗੋਂ ਰੱਬ ਉੱਪਰ ਗਹਿ ਰਾਖਿਆ ਚੰਦ, ਰੱਬ ਮਹਿਣਾ ਸੂਰਜ। ਜੋਗੀ ਕਹਿੰਦੇ ਨੇ ਈੜਾ ਪਿੰਗਲਾ, ਜਾਂ ਉਹ ਇਹੋ ਜਿਹੀ ਸ਼ਬਦਾਵਲੀ ਵਰਤਦੇ ਨੇ। ਰੱਬ ਉੱਪਰ ਗਹਿ ਰਾਖਿਆ ਚੰਦ, ਤਮੋ ਗੁਣ ਸਤੋ ਗੁਣ। ਰੱਬ ਦਾ ਅਰਥ ਹੈ ਸੂਰਜ। ਸੂਰਜ ਨੂੰ ਗਰਮ ਗਿਣਿਆ ਜਾਂਦਾ ਹੈ। ਸੂਰਜ ਤਮੋ ਗੁਣ ਦਾ ਪ੍ਰਤੀਕ ਹੈ, ਚੰਦਰਮਾ ਸਤੋ ਗੁਣ ਦਾ ਪ੍ਰਤੀਕ ਹੈ। ਇੱਥੇ ਰੱਬ ਦਾ ਅਰਥ ਇਹ ਹੈ ਜਿਵੇਂ ਸੂਰਜ ਚਾਨਣ ਦਿੰਦਾ, ਪ੍ਰਕਾਸ਼ ਦਿੰਦਾ, ਅਸੀਂ ਆਪਣੇ ਅੰਦਰ ਚਾਨਣ ਪ੍ਰਾਪਤ ਕਰ ਲਿਆ, ਗਿਆਨ ਪ੍ਰਾਪਤ ਕਰ ਲਿਆ। ਇਹ ਜਿਹੜਾ ਗਿਆਨ ਪ੍ਰਾਪਤ ਕਰ ਲਿਆ, ਇਹੀ ਸਾਡੇ ਲਈ ਸੂਰਜ ਹੈ। ਰੱਬ ਉੱਪਰ ਗਹਿ ਰਾਖਿਆ ਚੰਦ। ਅਸੀਂ ਜਦੋਂ ਅੰਦਰੋਂ ਗਿਆਨ ਪ੍ਰਾਪਤ ਕਰ ਲਿਆ, ਗਹਿ ਰਾਖਿਆ ਚੰਦ। ਚੰਦ ਦਾ ਅਰਥ ਹੈ ਸ਼ੀਤਲਤਾ।
ਬਾਬਾ ਕਬੀਰ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਹੈ, ਕਬੀਰ ਸੂਰਜ ਚਾਂਦ ਕੈ ਉਹਦੇ ਭਈ ਸਭ ਦੇਹ। ਜ਼ਿੰਦਗੀ ਮਿਲੀ ਹੈ ਕਿ ਅਸੀਂ ਚੰਦਰਮਾ ਤੇ ਸੂਰਜ ਵਰਗਾ ਤੇਜ ਤੇ ਸ਼ੀਤਲਤਾ ਆਪਣੇ ਅੰਦਰ ਪੈਦਾ ਕਰੀਏ। ਚੰਦ ਦਾ ਅਰਥ ਹੈ ਸ਼ੀਤਲਤਾ, ਜਿਹਨੂੰ ਆਪਾਂ ਸ਼ਾਂਤ ਸੁਭਾਅ ਕਹਿੰਦੇ ਹਾਂ। ਕਹਿਣ ਲੱਗੇ ਸਾਡੇ ਅੰਦਰ ਜਿਹੜਾ ਤਮੋਗੁਣੀ ਸੁਭਾਅ ਸੀ ਨਾ, ਤਮੋਗੁਣੀ ਸੁਭਾਅ, ਸੂਰਜ ਵਾਲਾ ਸੁਭਾਅ, ਉਹਦੇ ਉੱਪਰ ਅਸੀਂ ਚੰਦਰਮਾ ਨੂੰ ਟਿਕਾਤਾ, ਉਹਦੇ ਉੱਪਰ ਸ਼ੀਤਲਤਾ ਆ ਕੇ ਬੈਠ ਗਈ। ਭਾਵ ਕਿ ਸਾਡੇ ਅੰਦਰ ਪ੍ਰਮਾਤਮਾ ਦਾ ਸਿਮਰਨ ਕਰਕੇ ਸ਼ਾਂਤੀ ਸ਼ੀਤਲਤਾ ਆ ਗਈ, ਤੇ ਉਹ ਜਿਹੜਾ ਸੂਰਜ ਦਾ ਪ੍ਰਭਾਵ ਸੀ ਨਾ, ਗਰਮੀ ਕ੍ਰੋਧ ਕਰਾਦ, ਉਹਨੂੰ ਆਪਾਂ ਖਤਮ ਕਰ ਲਿਆ। ਇਹਦੇ ਉੱਪਰ ਚੰਦਰਮਾ ਭਾਰੀ ਹੋ ਗਿਆ, ਸ਼ੀਤਲਤਾ ਸਾਡੇ ਅੰਦਰ ਪੈਦਾ ਹੋ ਗਈ। ਪੱਛਮ ਦੁਆਰੇ ਸੂਰਜ ਤਪੈ, ਸੂਰਜ ਪੂਰਬ ਵੱਲੋਂ ਨਿਕਲਦਾ ਹੈ। ਜਿਸ ਵੇਲੇ ਸੂਰਜ ਨਿਕਲਣਾ ਹੈ ਨਾ, ਤੇ ਪੱਛਮ ਵਾਲੇ ਬੰਨੇ ਹਨੇਰਾ ਹੋਣਾ ਹੈ। ਪੱਛਮ ਵਾਲੇ ਬੰਨੇ ਹਨੇਰਾ ਹੋਣਾ ਹੈ, ਪੂਰਬ ਵਾਲੇ ਬੰਨੇ ਚਾਨਣ ਹੋਣਾ ਹੈ। ਭਗਤ ਜੀ ਕਹਿੰਦੇ ਕਿ ਪੱਛਮ ਦੁਆਰੇ ਸੂਰਜ ਤਪੈ, ਸੂਰਜ ਪੂਰਬ ਵੱਲੋਂ ਨਿਕਲਦਾ ਹੈ, ਪਰ ਭਗਤ ਜੀ ਇੱਥੇ ਕਹਿੰਦੇ ਪੱਛਮ ਦੁਆਰੇ ਸੂਰਜ ਤਪੈ, ਕਿ ਵਾਹਿਗੁਰੂ ਦਾ ਸਿਮਰਨ ਕਰਕੇ ਹੁਣ ਸਾਡੀ ਜ਼ਿੰਦਗੀ 'ਚ ਪੱਛਮ ਵੱਲੋਂ ਸੂਰਜ ਚੜ੍ਹ ਰਿਹਾ। ਪੱਛਮ ਵੱਲੋਂ ਸੂਰਜ ਦਾ ਅਰਥ ਹੈ ਕਿ ਜਿੱਥੇ ਅਗਿਆਨਤਾ ਦਾ ਹਨੇਰਾ ਸੀ, ਪੱਛਮ ਵਾਲੇ ਬੰਨੇ ਜਿਵੇਂ ਹਨੇਰਾ ਹੁੰਦਾ ਹੈ, ਪੂਰਬ ਵਾਲੇ ਬੰਨੇ ਚਾਨਣ ਹੁੰਦਾ ਹੈ, ਪੂਰਬ ਵਾਲੇ ਬੰਨੇ ਸੂਰਜ ਹੈ। ਜਿੱਥੇ ਵੀ ਚਲ ਜਾਓ ਪੂਰਬ ਵਾਲੇ ਬੰਨੇ ਸੂਰਜ ਰਹਿਣਾ ਹੈ। ਇਸੇ ਤਰੀਕੇ ਦੇ ਨਾਲ ਜਿਸ ਥਾਂ ਤੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਸੀ, ਪੱਛਮ ਦਾ ਅਰਥ ਹੈ ਕਿ ਜਿੱਥੇ ਅਗਿਆਨਤਾ ਵਸੀ ਹੋਈ ਸਾਡੇ ਅੰਦਰ, ਹੁਣ ਪ੍ਰਮਾਤਮਾ ਦਾ ਸਿਮਰਨ ਕਰਕੇ ਉੱਥੇ ਸੂਰਜ ਚੜ ਗਿਆ, ਚਾਨਣ ਹੋ ਗਿਆ। ਅਗਿਆਨਤਾ ਦੇ ਥਾਂ ਤੇ ਸਾਡੇ ਅੰਦਰ ਚਾਨਣ ਦਾ ਪ੍ਰਗਾਸ ਹੋ ਗਿਆ। ਮੇਰ ਡੰਡ ਸਿਰ ਉੱਪਰ ਬਸੈ ਮੇਰ। ਵਿਗਿਆਨਕ ਕਹਿੰਦੇ ਨੇ ਜਾਂ ਸਿਆਣੇ ਕਹਿੰਦੇ ਨੇ ਕਿ ਮੇਰ ਪਰਬਤ ਜਿਹੜਾ ਨਾ, ਮੇਰੂ ਪਰਬਤ, ਸਾਰੇ ਜਿਹੜੇ ਗ੍ਰਹਿ ਨੇ ਉਹਦੇ ਦੁਆਲੇ ਘੁੰਮਦੇ ਨੇ, ਉਹ ਉਹਨਾਂ ਦਾ ਧੁਰਾ ਗਿਣਿਆ ਜਾਂਦਾ ਮੇਰੂ ਪਰਬਤ। ਡੰਡ, ਜਿਵੇਂ ਅਸੀਂ ਕਦੀ ਦਰਬਾਰ ਸਾਹਿਬ ਜਾਂਦੇ ਅੱਗੇ ਚੋਬਦਾਰ ਖੜਾ ਹੁੰਦਾ ਹੈ, ਉਹਦੇ ਕੋਲ ਇੱਕ ਡੰਡਾ ਹੁੰਦਾ ਹੈ ਸੁਨਹਿਰੀ ਜਿਹਾ, ਉਹਨੂੰ ਚੋਬ ਕਹਿੰਦੇ ਨੇ। ਚੋਬ, ਰਾਜਿਆਂ ਮਹਾਰਾਜਿਆਂ ਦੇ ਦਰਵਾਜ਼ਿਆਂ ਤੇ ਚੋਬਦਾਰ ਖੜੇ ਹੁੰਦੇ ਨੇ। ਇਹ ਚੋਬ ਜਿਹੜੀ ਹੈ ਪ੍ਰਤੀਕ ਹੈ ਸ਼ਕਤੀ ਦੀ, ਪ੍ਰਤੀਕ ਹੈ ਅਥਾਰਟੀ ਦੀ। ਇਹ ਡੰਡਾ ਜਾਂ ਰੌਡ ਜਿਹੜੀ ਹੈ, ਇਹ ਇਸ ਗੱਲ ਦੀ ਰਾਜਨੀਤਿਕ ਸ਼ਕਤੀ ਦੀ ਪ੍ਰਤੀਕ ਹੈ। ਇਹ ਪ੍ਰਤੀਕ ਹੈ ਉਸ ਤਾਕਤ ਦੀ ਜਿਹੜੀ ਤਾਕਤ ਦੂਜਿਆਂ ਨੂੰ ਗਲਤ ਕੰਮ ਕਰਨ ਤੇ ਸਜ਼ਾ ਦਿੰਦੀ ਹੈ। ਡੰਡਾ ਇਸ ਗੱਲ ਦਾ ਪ੍ਰਤੀਕ ਹੈ। ਹੁਣ ਮੇਰ ਡੰਡ ਦਾ ਅਰਥ ਹੈ ਕਿ ਉਹ ਪ੍ਰਮਾਤਮਾ ਜਿਵੇਂ ਮੇਰੂ ਦੇ ਦੁਆਲੇ ਸਾਰੇ ਗ੍ਰਹਿ ਘੁੰਮਦੇ ਨੇ, ਡੰਡ ਦਾ ਅਰਥ ਇੱਥੇ ਹੁਕਮ। ਉਹ ਪ੍ਰਮਾਤਮਾ ਦੇ ਜਿਸ ਦੇ ਹੁਕਮ ਵਿੱਚ ਸਾਰੀ ਦੁਨੀਆ ਚੱਲ ਰਹੀ ਹੈ। ਜਿਵੇਂ ਮੇਰੂ ਦੇ ਦੁਆਲੇ ਸਾਰੇ ਗ੍ਰਹਿ ਘੁੰਮਦੇ ਨੇ, ਤਿਵੇਂ ਉਸ ਪ੍ਰਮਾਤਮਾ ਦੇ ਹੁਕਮ ਦੇ ਦੁਆਲੇ ਸਾਰੀ ਇਹ ਦੁਨੀਆ ਚੱਲ ਰਹੀ, ਹੁਕਮ ਦੇ ਅੰਦਰ ਸਾਰੀ ਦੁਨੀਆ ਚੱਲ ਰਹੀ ਹੈ। ਸਿਰ ਉੱਪਰ ਬਸ ਹੈ। ਸਿਰ ਉੱਪਰ ਦਾ ਅਰਥ ਹੈ ਜਿੱਥੇ ਸਾਡਾ ਦਿਮਾਗ ਹੁੰਦਾ ਹੈ, ਜਿਹਨੂੰ ਜੋਗੀ ਲੋਕ ਕਹਿੰਦੇ 10ਵਾਂ ਦੁਆਰ। ਕਹਿਣਗੇ ਕਿ ਉਹ ਪ੍ਰਮਾਤਮਾ ਜਿਹਦੇ ਹੁਕਮ ਅੰਦਰ ਸਾਰੀ ਦੁਨੀਆ ਚੱਲ ਰਹੀ ਹੈ, ਸਾਡੀ ਸੁਰਤ ਵਿੱਚ ਤਾਂ ਉਹ ਪ੍ਰਮਾਤਮਾ ਵਸਿਆ ਹੋਇਆ। ਮੇਰ ਡੰਡ ਸਿਰ ਉੱਪਰ ਬਸ ਹੈ। ਜਿਸ ਪ੍ਰਮਾਤਮਾ ਦੇ ਹੁਕਮ ਸਾਰੀ ਦੁਨੀਆ ਚੱਲ ਰਹੀ ਹੈ, ਉਹ ਪ੍ਰਮਾਤਮਾ ਦਾ ਪਿਆਰ ਸਾਡੇ ਦਿਮਾਗ 'ਚ ਵਸਿਆ ਹੋਇਆ। ਸਿਰ ਉੱਪਰ ਦਾ ਅਰਥ ਹੈ ਸਾਡੀ ਸੁਰਤ ਵਿੱਚ ਵਸਿਆ ਹੋਇਆ, ਸਾਡੇ ਦਿਮਾਗ 'ਚ ਪ੍ਰਮਾਤਮਾ ਦਾ ਧਿਆਨ ਹੀ ਰਹਿੰਦਾ ਹੈ। ਤੇ ਪੱਛਮ ਦੁਆਰੇ ਕੀ ਸਿਲ ਓੜ, ਪੱਛਮ ਵਾਲੇ ਬੰਨੇ ਹਨੇਰਾ ਹੈ। ਹਨੇਰਾ ਜਿੱਥੇ ਜਾ ਕੇ ਪੂਰਾ ਗੂੜਾ ਹੋ ਜਾਂਦਾ ਹੈ, ਹਨੇਰਾ। ਪੱਛਮ ਦੁਆਰੇ ਕੀ ਸਿਲ ਓੜ, ਓੜ ਦਾ ਅਰਥ ਹੁੰਦਾ ਅੰਤ, ਓੜਕ ਨਹੀਂ ਆਪਾਂ ਕਹਿੰਦੇ। ਓੜਕ ਦਾ ਅਰਥ ਹੁੰਦਾ ਅਖੀਰਲਾ ਸਿਰਾ, ਅੰਤ ਜਿਹਨੂੰ ਆਪਾਂ ਕਹਿ ਸਕਦੇ। ਪੱਛਮ ਦੁਆਰੇ ਕੀ ਸਿਲ ਓੜ ਜੋਗੀ ਜਨ। ਆ ਜਿਹੜਾ ਤੁਸੀਂ ਕਹਿੰਦੇ ਨਾ ਕਿ ਅੰਦਰ ਹਨੇਰਾ ਹੈ, ਉਹ ਜਿਹੜਾ ਹਨੇਰਲੇ ਸਿਰੇ ਦਾ ਆਖਰੀ ਪਾਸਾ ਹੈ, ਪੱਛਮ ਦਾ ਹਨੇਰਲੇ ਸਿਰੇ ਦਾ ਜਿਹੜਾ ਆਖਰੀ ਪਾਸਾ ਹੈ, ਜਿੱਥੇ ਹਨੇਰਾ ਤੁਸੀਂ ਕਹਿੰਦੇ ਹੋ। ਤੇ ਸਿਲ ਉੱਪਰ ਖਿੜਕੀ, ਔਰ ਖਿੜਕੀ ਹੁੰਦੀ ਹੈ ਜਿਵੇਂ ਦਰਵਾਜ਼ਾ ਛੋਟਾ ਹੁੰਦਾ, ਖਿੜਕੀ ਕਹਿੰਦੇ, ਤਾਕੀ ਕਹਿੰਦੇ ਆਪਾਂ ਉਹਨੂੰ। ਉਹ ਜਿੱਥੇ ਅਗਿਆਨਤਾ ਦਾ ਸਿਰਾ ਹੈ ਨਾ, ਉਹਦੇ ਉੱਪਰ ਇੱਕ ਖਿੜਕੀ ਹੈ, ਉਹਦੇ ਉੱਪਰ ਇੱਕ ਰਸਤਾ ਹੈ। ਖਿੜਕੀ ਉੱਪਰ 10ਵਾਂ ਦੁਆਰ। ਉੱਥੇ ਰਸਤਾ ਕੀ ਹੈ
कि उस खिड़की के उपर है 10वां दरवाजा। गुरु अमरदास जी के पवित्र बचन असी रोज पढ़ते हैं कि 9 द्वारे प्रगट किए 10वां गुप्त रखाया। साडे शरीर के 9 इंद्रिय प्रगट ने, अखां ने, कन ने। शरीर के अंदर कोई साह लैन की क्रिया, कोई मल मूत्र त्यागण की क्रिया, रस्ते, ये सब दरवाजे गिने जाते हैं जिहदे विचों शरीर चों कोई चीज़ आ रही है, कोई जा रही है। मूँह है, नासकां ने, कन ने, ये 9 दरवाजे ने। लेकिन 10वां गुप्त रखाया। 10वां दरवाजा जिहड़ा गुप्त है वो प्रगट नहीं है, वो कोई इस तरह का दरवाजा नहीं है। वो दरवाजा है परमात्मा नूं मिलण दा दरवाजा, परमात्मा नाल जुड़न दा दरवाजा। वो दरवाजा है जिन्हों आपां ज्ञान का दरवाजा कहने। ज्ञान जिहड़ा नज़र नहीं आउंदा, ज्ञान कन्नां वांगू नज़र नहीं आ रहा, अखां वांगू नज़र नहीं आ रहा, जां जीवा वांगू नज़र नहीं आ रहा। ज्ञान गुप्त है। इत्थे 10वें द्वार का अर्थ है कि ज्ञान का दरवाजा, जो जदों साडी सुरत विच ज्ञान पैदा हुंदा। भगत जी कहंदे वो जिहड़ी अज्ञानता का अंत जिथे हुंदा है ना, उहदे उपर एक खिड़की है। जिथे हनेरा ही हनेरा होए उदों अगे एक सानू रस्ता मिलता है। वो रस्ते दे विच है साडा 10वां द्वार, जिन्हों आपां ज्ञान का दरवाजा कहने, जिथों सोझी हुंदी परमात्मा की। इवें कह लो कि परमात्मा नूं मिलण दा दरवाजा। वो कोई दरवाजा बाहरले दरवाजियां वर्गा नहीं है। कि पहली गल वो गुप्त है, वो गुप्त है, उहदे बारे असीं दस ही की सकते हैं। वो प्रगट कदों हुंदा है? गुरु के बचन पढ़ते हैं, हर जियो गुफा अंदर रख के वाजा पाउण वजाया, वजाया वाजा पाउण 9 द्वारे के प्रगट किए 10वां गुप्त रखाया। गुरुद्वारे लाए भावनी। जिन्हां दे गुरु दे प्रति जिन्हां दी भावना बन जाती है, उन्हां नूं सोझी हुंदी उस दरवाजे दी। हुण गुरु दे दर ते आके मिलदा की है सानू? गुरु दे दर ते आके मिलदा ज्ञान। गुरु दे कोल ज्ञान है सब तो महान चीज़। गुरु का अर्थ ही है, गुरु शब्द का जदों तुसीं छंदी छेद करोगे, गो मैणा हनेरा रू मैणा प्रगास। जो अज्ञानता दे हनेरे नूं कट के ज्ञान का चानण दे देवे उन्होंने कहा जाता है गुरु। गुरु तो बिना चानण हो ही नहीं सकता। गुरु के बचन रोज पढ़ते हैं, जे 100 चंदा उगवै सूर चढ़े 1000, इत्ते चानण होंदियां गुर बिन घोर अंधार। गुर बिन घोर अंधार, गुरु बिन समझ ना आवे। गुरु तो बिना मनुख दे अध्यात्मक जीवन च हनेरा रहिंदा है, सोझी नहीं मिल सकती। गुरु वो जिहड़ा सानू चानण दे देवे। गुरु कोल आके सानू ज्ञान मिलता है। गुरु ग्रंथ साहिब जी की समुची बाणी जिहड़ी ज्ञान का समुंदर है, ज्ञान का भंडार है। और जिन्ना जिन्ना असीं ज्ञान, देखो दुनिया का कोई भी अवस्था ते तुसीं पहुंचना है, तुसीं कहंदे कि डॉक्टर बनना मैं, तो डॉक्टर बनने लिए आप पढ़ांगे, कोई ज्ञान सीखांगे तो ही डॉक्टर बनांगे ना। ये तो नहीं है कि आप किसी किताब नूं 100 वारी पढ़ लीए तो डॉक्टर बन जावांगे, जब माला लैके बैठ जाइए तो डॉक्टर बन जावांगे, इदां थोड़ा बनांगे। उस ज्ञान दीयां किताबां नूं पढ़ांगे तो पढ़ के उन्होंने अपनी सुरत च वसा लवांगे, उन्हें असीं ज्ञानवान हो ही चले जावांगे। डॉक्टर किताबां पढ़िया ही नहीं बनता, किताबां नूं समझिया बनता है। दुनिया की कुछ भी पदवी तुसीं लैनी है, वो तुहानूं समझ लैनी पैगी, वो तुहानूं ज्ञान लैना पेगा। तां है, केवल पढ़िया नहीं, भावें दुनियावी ज्ञान है तो भावें अध्यात्मक ज्ञान है। बाहरी तौर पर असीं अपने बच्चे नूं डॉक्टर बनवाना, इस किन्ने बच्चा पढ़िया कर, इंजीनियर बनवा किन्ने बच्चा पढ़िया कर, इनूं याद करिया कर। देखो बच्चा प्राइमरी तो चलदा चलदा किन्नी मेहनत करके किन्ने उच्चे लैवल ते पहुँच के किते डॉक्टर बनदा, किन्नी घालना तो बाद एक दुनियावी डॉक्टर बनने। तो हुण असीं अध्यात्मक तौर पर उच्चा उठना चाहुंदे हां, ते असीं अध्यात्मक तौर पर उच्चा उठण दे पता की कहने, चल 31 पाठ कर लो, 21 पाठ कर लो, इन्ने थां जाके मत्था टेक लो, इत्थे जाके अरदास कर लो। ये सारे साधन मुबारक ने, ये सार्थक तां हुंदी जे आपां ज्ञान प्राप्त करिए। 31 नहीं 3100 बार पढ़े तो तुसीं गुरु की बाणी पढ़ो, पर पढ़दियां एक बारी पढ़दे एक ते आपां सोझी लै लईए शब्द दी। जपजी साहब पढ़ते एक पौड़ी तो समझ लीए जपजी साहब की। जपजी साहब जी की पवित्र बाणी इन्नी महान है, जिवें आपां पौड़ी दे उपर डंडा नहीं चढ़ते चढ़ते मकान ते चढ़ जाने हैं।
ਜਪਜੀ ਸਾਹਿਬ ਜੀ ਦੇ ਪਵਿੱਤਰ ਬਾਣੀ ਦੀ ਇੱਕ ਇੱਕ ਪੌੜੀ ਜੇ ਸਾਡੀ ਸੁਰਤ 'ਚ ਵਸ ਜਾਏ, ਉਹਦੇ ਅਨੁਸਾਰ ਸਾਡੀ ਜ਼ਿੰਦਗੀ ਬਣ ਜਾਏ, ਤੇ ਸੱਚ ਨਾ ਇਹਨਾਂ ਕਰਮਕਾਂਡਾਂ ਤੋਂ ਮੁਕਤ ਹੋ ਕੇ, ਪਹਿਲਾਂ ਕਰਮਕਾਂਡਾਂ ਦਾ ਜ਼ਿਕਰ ਕੀਤਾ ਕਿ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਵਤਾਰ, ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ। ਸੁੱਚ ਸੰਯਮ ਜਾਂ ਮੋਨੀ ਬਣ ਕੇ ਬੈਠ ਜਾਣਾ, ਜਾਂ ਦੁਨੀਆ ਦੇ ਪਦਾਰਥ ਇਕੱਠੇ ਕਰੀ ਜਾਣੇ, ਹੋਰ ਸਿਆਣਪਾਂ ਚਤਰੀਆਂ ਦੀ ਗੱਲ ਕਰਦੇ ਆ। ਇੱਥੋਂ ਤੁਰਦਾ ਹੋਇਆ ਬੰਦਾ ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ, ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਕੇ, ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੇ, ਉਹ ਤੇ ਸੱਚਖੰਡ ਵਸੇ ਨਿਰੰਕਾਰ, ਉਸ ਅਵਸਥਾ ਤੱਕ ਪਹੁੰਚ ਜਾਂਦਾ ਹੈ ਜਿੱਥੇ ਸੱਚ ਦਾ ਘਰ ਹੈ, ਜਿੱਥੇ ਪ੍ਰਮਾਤਮਾ ਵਸਦਾ, ਉੱਥੇ ਸੁਰਤ ਪਹੁੰਚ ਜਾਂਦੀ ਬੰਦੇ ਦੀ। ਪਰ ਜੇ ਪੌੜੀ ਦਰ ਪੌੜੀ ਉਹਦੀ ਸੁਰਤ ਅੱਗੇ ਵੱਧਦੀ ਜਾਏ, ਤੇ ਜੇ ਉਹਨੇ ਗਿਣਤੀਆਂ ਨਾਲ ਹੀ ਪੜ੍ਹਿਆ, ਪੜ੍ਹੋ ਜੀ ਸਦਕੇ ਪੜ੍ਹੋ ਭਾਈ, ਪਰ ਪੜ੍ਹਨ ਨਾਲ ਕੀ ਹੋ ਜਾਏਗਾ? ਪੜ੍ਹੀਏ ਨਾ ਹੀ ਭੇਦ ਬੁੱਝੀਏ ਭਾਵਨਾ, ਪੜ੍ਹਿਆ ਨਹੀਂ ਗੱਲ ਬਣਨੀ। ਉਹ ਭੇਦ ਤੇ ਸਮਝਣ ਨਾਲ ਮਿਲਣਾ, ਗਿਆਨ ਤੇ ਸਮਝਣ ਨਾਲ ਮਿਲਣਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਖਿੜਕੀ ਉੱਪਰ 10ਵਾਂ ਦਵਾਰ। ਜੋਗੀ ਜਨ ਕਹਿੰਦੇ ਨੇ ਕਿ ਸਾਡੇ ਅੰਦਰ ਇੱਕ ਸੂਰਜ ਹੈ, ਸਾਡੇ ਅੰਦਰ ਇੱਕ ਚੰਦਰਮਾ ਹੈ, ਸਾਡੇ ਅੰਦਰ ਕੋਈ ਈੜਾ ਪਿੰਗਲਾ ਹੈ, ਇਹੋ ਜਿਹੀ ਸ਼ਬਦਾਵਲੀ ਵਰਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਉਹ ਜਿਹੜਾ ਪੱਛਮ ਵਾਲੇ ਬੰਨੇ ਹਨੇਰਾ ਹੈ, ਸੂਰਜ ਪੂਰਬ ਵਾਲੇ ਬੰਨੇ ਚਾਨਣ ਕਰਦਾ, ਪੱਛਮ ਵੱਲ ਹਨੇਰਾ ਹੀ ਰਹਿੰਦਾ। ਉਹ ਜਿਹੜਾ ਅਗਿਆਨਤਾ ਦਾ ਥਾਂ ਹੈ, ਪੱਛਮ ਦਾ ਅਰਥ ਜਿੱਥੇ ਹਨੇਰਾ ਹੈ, ਅਗਿਆਨਤਾ ਦਾ, ਉਸ ਅਗਿਆਨਤਾ ਦੇ ਆਖਰੀ ਸਿਰੇ ਤੇ ਇੱਕ ਰਸਤਾ ਹੈ ਅਗਿਆਨਤਾ ਤੋਂ ਮੁਕਤ ਹੋਣ ਦਾ, ਉਹ ਹੈ 10ਵਾਂ ਦਵਾਰ, ਜਿੱਥੇ ਗਿਆਨ ਦਾ ਦਰਵਾਜ਼ਾ, ਜਿੱਥੋਂ ਸੋਝੀ ਮਿਲਦੀ ਹੈ ਮਨੁੱਖ ਨੂੰ। ਜਦੋਂ ਉਸ ਗਿਆਨ ਦੀ ਅਵਸਥਾ 'ਚ ਮਨੁੱਖ ਪਹੁੰਚਦਾ, ਭਗਤ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਆ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਸਾਡੀ ਮਤ ਸ੍ਰੇਸ਼ਟ ਬਣ ਗਈ। ਸਾਰ ਮੈਣਾ ਸ੍ਰੇਸ਼ਟ, ਬੁੱਧ ਮੈਣਾ ਮਤ, ਅਕਲ ਜਿਹਨੂੰ ਆਪਾਂ ਬੁੱਧੀ ਕਹਿੰਦੇ ਆ। ਸਾਡੀ ਬੁੱਧੀ ਇੰਨੀ ਸ੍ਰੇਸ਼ਟ ਹੋ ਗਈ ਕਿ ਹੁਣ ਅਸੀਂ ਸਦਾ ਹੀ ਸ਼ਿਵ ਕੀ ਪੁਰੀ 'ਚ, ਕਲਿਆਣ ਸਰੂਪ ਪ੍ਰਮਾਤਮਾ ਵਿੱਚ, ਚੇਤਨ ਅਵਸਥਾ ਵਿੱਚ ਜਿਉਂਦੇ ਆ। ਜਿਸ ਚੇਤਨ ਅਵਸਥਾ ਜਾ ਕੇ ਬੰਦਾ ਸਦਾ ਹੀ ਅਵੇਅਰ ਰਹਿੰਦਾ, ਜਾਗਰੂਕ ਰਹਿੰਦਾ, ਉਹਨੂੰ ਇੱਕ ਇੱਕ ਗੱਲ ਦਾ ਪਤਾ ਹੁੰਦਾ ਹੈ ਕਿ ਕਿਹੜੀ ਗੱਲ ਜ਼ਿੰਦਗੀ ਸੁਖਦਾਈ ਹੈ, ਕਿਹੜੀ ਨਹੀਂ ਸੁਖਦਾਈ ਹੈ। ਉਹ ਬੜਾ ਵਿਵੇਕ ਦੇ ਨਾਲ ਜਿਉਂਦਾ ਹੈ। ਵਿਵੇਕ ਕਦੋਂ ਆਏਗਾ? ਜਦੋਂ ਗੁਰੂ ਸਾਹਿਬ ਜੀ ਪਾਸੋਂ ਆ ਕੇ ਗਿਆਨ ਪ੍ਰਾਪਤ ਕਰਾਂਗੇ। ਜਿੰਨਾ ਚਿਰ ਗਿਆਨ ਨਹੀਂ ਹੈ, ਉਹਨਾਂ ਚਿਰ ਸਾਡੇ ਅੰਦਰ ਹਨੇਰਾ ਹੀ ਰਹੇਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਉਸ ਹਨੇਰੇ ਤੋਂ ਬਚਣ ਦੇ ਲਈ ਇੱਕ ਦਰਵਾਜ਼ਾ ਹੈ, 10ਵਾਂ ਦਰਵਾਜ਼ਾ, ਜਿਹਨੂੰ 10ਵਾਂ ਦਵਾਰ ਕਹਿੰਦੇ ਨੇ, ਗਿਆਨ ਦਾ ਦਰਵਾਜ਼ਾ। ਗੁਰੂ ਕੋਲ ਆ ਕੇ ਭਗਤ ਜੀ ਕਹਿੰਦੇ, ਪ੍ਰਮਾਤਮਾ ਦੇ ਸਿਮਰਨ ਨੂੰ ਜੁੜ ਕੇ ਅਸੀਂ ਉੱਥੇ ਪਹੁੰਚ ਗਏ ਜਿਸ ਅਵਸਥਾ ਜਾ ਕੇ ਕਹਿ ਕਬੀਰ ਤਾ ਕਾ ਅੰਤ ਨ ਪਾਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਉੱਥੇ ਪਹੁੰਚ ਗਈ ਮੇਰੀ ਸੋਝੀ। ਜਿਸ ਅਵਸਥਾ 'ਚ ਪਹੁੰਚ ਗਏ ਉਹ ਗਿਆਨ ਹੁੰਦਾ ਜਿਹਦਾ ਕੋਈ ਪਾਰਾਵਾਰ ਨਹੀਂ ਹੈ, ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ ਨਾ ਜਪਜੀ ਸਾਹਿਬ ਜੀ ਦੇ ਅੰਦਰ, ਗਿਆਨ ਖੰਡ ਕਾ ਆਖੋ ਕਰਮ, केते पौन पानी बैसंतर केते कान महेश, केते बरमे घाड़त कड़िए रूप रंग के वेश, ते अखीर ते बचन के ज्ञान खंड में ज्ञान प्रचंड, तिथे नाद विनोद कोड आनंद। ਇਹੋ जी अवस्था बन गई जिथे जाके कोई पारावार ही नहीं है किसी चीज़ का। इन्नी दृष्टि विशाल बंदे की हो जाती है। परमात्मा के प्यार जुड़ के मनुख उस अनंत विच समा जाता है, अनंत विच लिवलीन हो जाता है। असीं ते दुनियावी गिणतियां मिणतियां तक है जे सीमतां, यह गिणतियां मिणतियां दुनिया के धन पदार्थ नूं गिण लई सी ते बंदे ने रब दा नाम ही गिणना शुरू करता है। इहदे नाल ये गिणतियां मिणतियां ते दुनियावी कामां दे लई सी। बंदे ने अध्यात्मक जिंदगी च भी गिणतियां मिणतियां लिया के वरतियां, रब दे नाल भी लेखा जोखा शुरू कर दिता। रब अलेख है, रब ने अज तक कदी साडे नाल कोई लेखा नहीं किया। रब ने सानू किन्ने स्वास दिते ने, खाण पीण दे किन्ने को पदार्थ दिते ने, जिंदगी च किन्नियां अनंत ते अमोल वस्तुआं सानू दित्तियां ने, उहदी कोई गिणती नहीं है, उहदा कोई मुल ही नहीं है। ते असीं उस रब दे नाल गिणतियां करदे हां, असीं उस रब दे नाल लेखा करदे हां। असीं कहने रब जी इन्ने पैसे देवांगे, इन्ने पाठ करांगे, आ चीज़ सानू दे दिओ। ये साडी होछी मत है। परमात्मा जिहड़ा है उहनूं असीं होछी मत दे नाल प्राप्त कर ही नहीं सकते। जिहड़ी सतगुरु जी ने गल कही ना कि परमात्मा ते सर्व व्यापक है, परमात्मा तुहाडे अंदर है, परमात्मा बाहर है, सारे थावां ते है, पर सानू मिलदा क्यों नहीं, जां असीं उहदे च लीन क्यों नहीं हुंदे। भगत जी कहंदे ने
ਸਤਿਗੁਰੂ ਜੀ ਕਹਿੰਦੇ ਨੇ ਉਹਦਾ ਕਾਰਨ ਇਹ ਹੈ ਕਿ ਮਾਇਆ ਮਦ ਮਾਤਾ ਹੋਛੀ ਬਾਤਾ। ਅਸੀਂ ਤੇ ਮਾਇਆ 'ਚ ਹੀ ਮਸਤ ਤੁਰੇ ਫਿਰਦੇ ਹਾਂ, ਅਸੀਂ ਤੇ ਹੋਛੀਆਂ ਗੱਲਾਂ ਕਰਦੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਜਦੋਂ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਤੇ ਪਰਮਾਤਮਾ ਦੇ ਪਿਆਰ ਜੁੜ ਕੇ ਸਾਡੀ ਜੋ ਮਤ ਇੰਨੀ ਸ੍ਰੇਸ਼ਟ ਬਣ ਗਈ, ਉੱਚੀ ਬਣ ਗਈ ਕਿ ਹੁਣ ਅਸੀਂ ਸਦਾ ਹੀ ਪਰਮਾਤਮਾ ਦੇ ਵਿੱਚ ਹੀ ਲਿਵਲੀਨ ਰਹਿੰਦੇ ਹਾਂ, ਜਾਗਰੂਕ ਅਵਸਥਾ 'ਚ ਰਹਿੰਦੇ ਹਾਂ। ਜਿਸ ਅਵਸਥਾ 'ਚ ਪਹੁੰਚ ਕੇ ਸਾਡੇ ਤੇ ਮਾਇਆ ਬਿਲਕੁਲ ਹੀ ਕੋਈ ਅਸਰ ਨਹੀਂ ਪਾ ਸਕਦੀ। ਮਾਇਆ ਤੇ ਸੇਵਕ ਜੀ ਬਣ ਗਈ, ਸਾਡੇ ਉੱਪਰ ਕੋਈ ਦੁਨਿਆਵੀ ਹਰਕ ਸੋਗ ਦਾ ਅਸਰ ਹੀ ਕੋਈ ਨਹੀਂ ਹੈ। ਇਹ ਉਹ ਅਵਸਥਾ ਹੈ ਜਿਸ ਅਵਸਥਾ ਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਿਵੇਂ ਕਮਲ ਪਾਣੀ 'ਚ ਰਹਿੰਦਾ, ਕਮਲ ਪਾਣੀ 'ਚ ਰਹਿੰਦਾ ਹੋਇਆ ਵੀ ਪਾਣੀ ਉਹਨੂੰ ਆਪਣੇ 'ਚ ਡੋਬ ਹੀ ਨਹੀਂ ਸਕਦਾ। ਮੁਰਗਾ ਵੀ ਪਾਣੀ 'ਚ ਰਹਿੰਦੀ ਹੈ, ਪਾਣੀ 'ਚ ਰਹਿੰਦਿਆਂ ਵੀ ਪਾਣੀ ਉਹਦੇ ਖੰਭਾਂ ਨੂੰ ਭਿਉਂ ਹੀ ਨਹੀਂ ਸਕਦਾ, ਕੋਈ ਅਸਰ ਪਾ ਹੀ ਨਹੀਂ ਸਕਦਾ। ਮਨੁੱਖ ਰਹਿੰਦੇ ਸੰਸਾਰ ਵਿੱਚ ਹੈ, ਪਰ ਉਹਦੀ ਮਤ ਇੰਨੀ ਸ੍ਰੇਸ਼ਟ ਬਣ ਜਾਂਦੀ ਹੈ ਕਿ ਆਹ ਦੁਨੀਆ ਦੇ ਵਿਕਾਰ, ਦੁਨੀਆ ਦੇ ਵੈਰ ਵਿਰੋਧ, ਦੁਨੀਆ ਦੀ ਹੋਰ ਕੋਈ ਚੀਜ਼ ਉੱਤੇ ਅਸਰ ਨਹੀਂ ਪਾਉਂਦੀ। ਜਿਹਨੂੰ ਆਪਾਂ ਕਹਿੰਦੇ ਇੱਕ ਮੁਕਤ ਅਵਸਥਾ, ਸੁਤੰਤਰ ਅਵਸਥਾ, ਮੁਕਤ ਦਰਤ ਸੁਤੰਤਰ ਅਵਸਥਾ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਸੀ ਹਰਕ ਸੋਗ ਜਾਕੇ ਨਹੀਂ ਵੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਆਹੇ ਤੈ ਜਾਨ। ਜਿੱਥੇ ਕੋਈ ਹਰਖ ਨਹੀਂ, ਸੋਗ ਨਹੀਂ, ਜੇ ਕੁਝ ਆ ਗਿਆ ਤੇ ਵਾਹਿਗੁਰੂ ਦਾ ਭਾਣਾ ਹੀ ਹੈ, ਵੀ ਕੋਈ ਉਹਦਾ ਹੰਕਾਰ ਨਹੀਂ, ਕੋਈ ਖੁਸ਼ੀ ਨਹੀਂ, ਆਏ ਦੀ ਖੁਸ਼ੀ ਨਹੀਂ, ਗਏ ਦਾ ਗਮ ਕੋਈ ਨਹੀਂ ਹੈ। ਜੇ ਕਿਸੇ ਨੇ ਚੰਗਾ ਕਹਿਤਾ ਨੈ ਨਿੰਦਿਆ ਨੈ ਉਸਤਤ ਜਾਕੇ ਲੋ ਮੋ ਅਮਨ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਨ। ਕੋਈ ਨਿੰਦਿਆ ਕਰਦੇ ਤਾਂ ਵੀ ਕੋਈ ਫਰਕ ਨਹੀਂ ਹੈ, ਕੋਈ ਉਸਤਤ ਕਰਦੇ ਤਾਂ ਵੀ ਕੋਈ ਖੁਸ਼ੀ ਨਹੀਂ ਹੈ, ਕੋਈ ਮਨ 'ਚ ਦੁਨਿਆਵੀ ਪਦਾਰਥਾਂ ਦਾ ਲੋਭ ਹੀ ਨਹੀਂ ਹੈ। ਆਪਣੀ ਕਿਰਤ ਕਰਦਾ ਬੰਦਾ, ਰੱਬ ਦੀ ਰਜ਼ਾ ਜੁੜ ਕੇ ਜ਼ਿੰਦਗੀ ਆਨੰਦ ਦੀ ਜਿਉਂਦਾ। ਦੇਖੋ ਨਾ, ਆਪਾਂ ਕਿਰਤ ਕਰੀਏ, ਰੋਟੀ ਪਾਣੀ ਵਾਹਿਗੁਰੂ ਜੀ ਸਹਿਜੇ ਦੇਈ ਜਾਂਦਾ, ਹਰ ਪ੍ਰਾਣੀ ਨੂੰ ਦੇਈ ਜਾਂਦਾ, ਮਨੁੱਖ ਨੂੰ ਕਿਉਂ ਨਹੀਂ ਦੇਵੇਗਾ। ਲੇਕਿਨ ਦੁੱਖ ਤੇ ਉਦੋਂ ਸ਼ੁਰੂ ਹੁੰਦਾ ਜਦੋਂ ਆਪਾਂ ਕਹਿੰਦੇ ਕਿ ਇਕੱਠਾ ਕਰ ਲਈਏ, ਹੋਰ ਕਰ ਲਈਏ, ਹੋਰ ਕਰ ਲਈਏ। ਉਹ ਫਿਰ ਸਾਡੀ ਜਿਹੜੀ ਅੰਦਰਲੀ ਭਾਵਨਾ ਹੈ ਉਹ ਵੱਧਦੀ ਚਲੀ ਜਾਂਦੀ ਹੈ। ਉਹ ਸਾਡੇ ਮਨ ਦੀ ਜਿਹੜੀ ਲਾਲਸਾ ਹੈ ਉਹ ਸਾਡੇ ਲਈ ਭਟਕਣਾ ਦਾ ਕਾਰਨ ਬਣ ਜਾਂਦੀ ਹੈ, ਉਹ ਸਾਡੇ ਵਿੱਚ ਦੁੱਖ ਪੈਦਾ ਕਰਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੁਣ ਉਸ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮੇਰੀ ਮਤ ਇੰਨੀ ਸ੍ਰੇਸ਼ਟ ਬਣ ਗਈ, ਉਸ ਅਵਸਥਾ 'ਚ ਪਹੁੰਚ ਗਿਆ ਜਿੱਥੇ ਪਰਮਾਤਮਾ ਹੀ ਵਸਦਾ ਹੈ, ਚੇਤਨ ਅਵਸਥਾ, ਅਵੇਰ ਅਵਸਥਾ। ਜੋਗੀ ਜਨ ਜੇ ਮੇਰੇ ਨਾਲ ਚਰਚਾ ਕਰਨੀ ਹੈ ਤੇ ਇੱਥੇ ਪਹੁੰਚ ਕੇ ਕਰੋ ਤੁਸੀਂ, ਕਿਉਂਕਿ ਤੁਹਾਡੀ ਅਵਸਥਾ ਕੇਵਲ ਇਹ ਹੈ ਹੱਠ ਯੋਗ ਕਰਨ ਦੀ। ਗੁਰਮਤਿ ਨੇ ਸਾਨੂੰ ਹੱਠ ਯੋਗ ਨਹੀਂ ਦਿੱਤਾ, ਗੁਰਮਤਿ ਦਾ ਮਾਰਗ ਸਹਿਜ ਯੋਗ ਹੈ। ਦੇਖੋ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣਾ ਘਰ-ਬਾਰ ਛੱਡ ਕੇ ਕਿੱਡੀ ਵੱਡੀ ਘਾਲਣਾ ਘਾਲੀ ਕਿ ਸਮਾਜ ਵਿੱਚ ਲੋਕਾਂ 'ਚ ਜਿਉਣ ਦਾ ਚਾਅ ਕਿਵੇਂ ਪੈਦਾ ਕਰਨਾ ਹੈ, ਬੁਰਾਈਆਂ ਤੋਂ ਕਿਵੇਂ ਮੁਕਤ ਕਰਨਾ ਹੈ, ਸਮਾਜ ਨੂੰ ਵਧੀਆ ਕਿਵੇਂ ਬਣਾਉਣਾ ਹੈ। ਸਤਿਗੁਰੂ ਜੀ ਨੇ ਕਿਤੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਦੁਨੀਆਦਾਰੀ ਤੋਂ ਲਾਂਭੇ ਦਿਓ, ਕਿ ਸਮਾਜ ਤੋਂ ਲਾਂਭੇ ਹੋ ਕੇ ਬੈਠੋ ਤੇ ਬਹੁਤੀ ਭਗਤੀ ਹੋ ਜਾਏਗੀ। ਭਗਤੀ ਤਾਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਔਗਣਾ ਤੋਂ ਕਿੰਨੇ ਕੁ ਮੁਕਤ ਹਾਂ, ਲੱਭ ਲੋਭ ਹਰਖ ਸੋਗ ਤੋਂ ਕਿੰਨੇ ਕੁ ਉੱਚੇ ਉੱਠ ਗਏ ਹਾਂ, ਤੇ ਕੇਵਲ ਆਪ ਹੀ ਨਹੀਂ ਫਿਰ ਆਪਾਂ ਹੋਰ ਲੋਕਾਂ ਦੇ ਅੰਦਰ ਅਜਿਹਾ ਜੀਵਨ ਜਿਉਣ ਦਾ ਕਿੰਨਾ ਕੁ ਚਾਹ ਪੈਦਾ ਕਰਦੇ ਹਾਂ। ਦੇਖੋ ਨਾ, ਡਾਕਟਰ ਤੇ ਉਹ ਹੈ ਜਿਹੜਾ ਲੋਕਾਂ ਦੇ ਰੋਗ ਦੂਰ ਕਰੇ। ਜੇ ਪੜ੍ਹ ਕੇ ਕੋਈ ਡਾਕਟਰ ਬਣ ਕੇ ਘਰੇ ਹੀ ਬੈਠ ਗਿਆ ਕਿ ਮੈਂ ਹੁਣ ਇੱਥੇ ਡਾਕਟਰ ਦਵਾਈ ਦੋਈ ਜੱਪੀ ਜਾਣਾ, ਤੇ ਉਹ ਡਾਕਟਰ ਥੋੜ੍ਹਾ ਹੈ। ਡਾਕਟਰ ਤੇ ਉਹ ਹੈ ਜਿਹੜਾ ਡਾਕਟਰ ਲੋਕਾਂ ਦੇ ਰੋਗਾਂ ਨੂੰ ਦੂਰ ਕਰੇ। ਅਧਿਆਤਮਿਕ ਬੰਦਾ ਉਹ ਨਹੀਂ ਹੈ ਕਿ ਜਿਹੜਾ ਵੱਖਰਾ ਹੋ ਕੇ ਬੈਠੇ ਜੀ ਮੈਂ ਤੇ ਬੜੇ ਆਨੰਦ ਵਿੱਚ ਹਾਂ, ਮੈਂ ਤੇ ਬੜੇ ਸੁੱਖ ਵਿੱਚ ਹਾਂ, ਮੈਂ ਤੇ ਬੜਾ ਰੱਬ 'ਚ ਲਿਵਲੀਨ ਹੋ ਗਿਆ, ਉਹ ਨਹੀਂ। ਅਧਿਆਤਮਿਕ ਤਾਂ ਉਹ ਹੈ ਜਿਹੜਾ ਸਮਾਜ ਵਿੱਚ ਜੋ ਬੁਰਾਈਆਂ ਪਸਰੀਆਂ ਨੇ, ਸਮਾਜ ਵਿੱਚ ਜੋ ਔਗਣ ਪਸਰੇ ਨੇ, ਸਮਾਜ ਵਿੱਚ ਜੋ ਜ਼ੋਰ ਜ਼ੁਲਮ ਹੋ ਰਿਹਾ ਹੈ, ਉਹਦੇ ਵਿਰੁੱਧ ਸੰਘਰਸ਼ ਕਰੇ, ਲੋਕਾਂ ਦੇ ਅੰਦਰ ਜਿਉਣ ਦਾ ਚਾਹ ਪੈਦਾ ਕਰੇ। ਇਹ ਹੈ ਧਰਮ ਦਾ ਅਸਲ ਗੁਰੂ ਸਾਹਿਬ ਜੀ ਨੇ ਦਿੱਤਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੋਗੀ ਜਨ ਤੂੰ ਇਸ ਅਵਸਥਾ 'ਚ ਆ। ਹੁਣ ਜੋਗੀ ਤਾਂ ਘਰ ਛੱਡ ਕੇ ਬਾਹਰ ਨੂੰ ਭੱਜਦੇ ਨੇ। ਜੋਗੀ ਕਹਿੰਦੇ ਕਿ ਦੁਨੀਆ ਨਾਸਵੰਤ ਹੈ, ਇਹ ਤੇ ਛਲ ਸਰੂਪ ਹੈ। ਤੇ ਜੋਗੀਆਂ ਦੇ ਸੰਗਤ ਵਿੱਚ ਜਿਹੜਾ ਆਇਆ ਉਹਨੂੰ ਉਹਨਾਂ ਨੇ ਕਹਿਤਾ ਕਿ ਘਰ ਹੀ ਛੱਡ ਦਿਓ, ਕਾਰੋਬਾਰ ਛੱਡ ਦਿਓ, ਪਰਿਵਾਰ ਛੱਡ ਦਿਓ, ਜੰਗਲਾਂ 'ਚ ਆ ਜਾਓ, ਸਰੀਰ ਤੇ ਸੁਆਹ ਮੜ ਲਓ। ਸਮਾਜ ਦੇ ਵਿੱਚ ਬੜੇ ਬੜੇ ਸਿਆਣੇ ਲੋਕ ਜਿਹੜੇ ਸਨ ਉਹ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਗਏ, ਜੋਗੀਆਂ ਮਗਰ ਲੱਗ ਕੇ। ਸਾਡੇ ਮੁਲਕ ਦੇ ਨਿਗਰਨ ਦਾ ਜਾਂ ਇਵੇਂ ਕਹਿ ਲਓ ਸਮਾਜਿਕ ਤੌਰ ਤੇ ਡਿੱਗਣ ਦਾ ਕਾਰਨ ਇਹ ਕਿ ਸਿਆਣੇ ਲੋਕ ਧਰਮ ਦੇ ਨਾਂ ਤੇ ਕਿਨਾਰਾ ਕਰਕੇ ਵੱਖਰੇ ਹੋ ਕੇ ਬੈਠ ਗਏ। ਜਿਨ੍ਹਾਂ ਨੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨੀ ਸੀ, ਲੋਕਾਂ ਦੇ ਵਿੱਚ ਗਿਆਨ ਪੈਦਾ ਕਰਨਾ ਸੀ, ਜਿਨ੍ਹਾਂ ਨੇ ਬੁਰਾਈਆਂ ਦੇ ਖੁਰਾਪ ਬੋਲਣਾ ਸੀ, ਉਹ ਤੇ ਲਾਂਭੇ ਹੋ ਕੇ ਬੈਠ ਗਏ।
ਇਹ ਤੇ ਗੁਰੂ ਸਾਹਿਬਾਂ ਨੇ ਬੜੀ ਕਿਰਪਾ ਕੀਤੀ, ਭਗਤ ਜਨਾਂ ਨੇ ਬੜਾ ਵੱਡਾ ਪਰਉਪਕਾਰ ਕੀਤਾ। ਭਗਤ ਸਾਰੇ ਹੀ ਗ੍ਰਸਤੀ ਨੇ, ਸਾਰੇ ਭਗਤ ਕਿਰਤੀ ਨੇ, ਤੇ ਭਗਤਾਂ ਦੀ ਜਿੰਨੀ ਬਾਣੀ ਤੁਸੀਂ ਪੜ੍ਹੋਗੇ ਨਾ, ਉਹ ਸਮਾਜਿਕ ਬੁਰਾਈਆਂ ਦੇ ਵਿਰੁੱਧ ਇੱਕ ਇਨਕਲਾਬ ਹੈ। ਬਾਬਾ ਕਬੀਰ ਸਾਹਿਬ ਜੀ ਇੱਥੇ ਕਹਿੰਦੇ, ਜੋਗੀ ਜਨ ਮੇਰੇ ਨਾਲ ਚਰਚਾ ਕਰਨੀ, ਤਹਿ ਤੁਮ ਮਿਲ ਕੇ ਕਰੋ ਵਿਚਾਰ। ਇੱਥੇ ਪਹੁੰਚੋ, ਪਹਿਲਾਂ ਇਸ ਅਵਸਥਾ ਚ ਆਓ, ਫਿਰ ਆਪਾਂ ਚਰਚਾ ਕਰਾਂਗੇ। ਹੁਣ ਤੁਸੀਂ ਚਰਚਾ ਕਰਨੀ ਜੰਗਲਾਂ ਵਾਲੀ, ਅਸੀਂ ਚਰਚਾ ਕਰਨੀ ਗ੍ਰਸਤ ਵਾਲੀ, ਦੋਵਾਂ ਦਾ ਮੇਲ ਕਿੱਥੇ? ਤੁਸੀਂ ਗ੍ਰਸਤ ਨੂੰ ਮਾੜਾ ਗਿਣਦੇ ਹੋ, ਤੁਸੀਂ ਜੰਗਲਾਂ 'ਚ ਰਹਿਣ ਨੂੰ ਵਧੀਆ ਗਿਣਦੇ ਹੋ। ਬਾਬਾ ਨਾਨਕ ਜੀ ਨੂੰ ਜਦੋਂ ਜੋਗੀ ਮਿਲਦੇ ਨੇ, ਉਹਨਾਂ ਦਾ ਪਹਿਲਾ ਖਿਆਲ ਇਹ ਸੀ ਕਿ ਮਹਾਰਾਜ ਜੀਓ, ਅਸੀਂ ਤਾਂ ਹਾਠੀ ਬਾਟੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਨੋਂ, ਕੰਦ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੋਂ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਬਿਧ ਸਾਈ। ਜੋਗ ਨੂੰ ਪ੍ਰਾਪਤ ਕਰਨ ਦੀ ਜੁਗਤੀ ਤਾਂ ਸਾਡੇ ਕੋਲ ਇਹ ਹੈ, ਵਿਧੀ ਇਹ ਹੈ। ਜੋਗ ਮੈਂ ਨਾ ਰੱਬ ਵਿੱਚ ਲਿਵਲੀਨ ਹੋਣਾ, ਜੁੜਨਾ, ਜੋਗੀ ਦਾ ਅਰਥ ਜੁੜਿਆ ਹੋਇਆ। ਸਾਡੇ ਕੋਲ ਜੋਗ ਦੀ ਜੁਗਤੀ ਇਹ ਹੈ ਕਿ ਅਸੀਂ ਘਰਾਂ ਤੋਂ, ਬਾਜ਼ਾਰਾਂ ਤੋਂ, ਹੱਟੀਆਂ ਤੋਂ, ਦੁਕਾਨਾਂ ਤੋਂ ਵੱਖਰੇ ਰਹਿੰਦੇ ਹਾਂ। ਅਸੀਂ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਹਾਂ, ਅਸੀਂ ਤੀਰਥਾਂ ਤੇ ਨਹਾਉਂਦੇ ਹਾਂ। ਇਹ ਹੈ ਜੋਗ ਦੀ ਜੁਗਤੀ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਕਾਹਦੀ ਜੁਗਤੀ ਹੈ? ਕੋਈ ਬੰਦਾ ਪਾਣੀ 'ਚ ਵੜੇ ਨਾ ਕਹੇ ਜੀ ਮੈਂ ਭੇਜਦਾ ਹੀ ਨਹੀਂ, ਇਹ ਕਾਹਦੀ ਵੀਰਤਾ ਹੋਈ? ਵੀਰਤਾ ਤੇ ਹੈ ਕਿ ਬੰਦਾ ਪਾਣੀ 'ਚ ਰਹਿ ਕੇ ਨਾ ਭਿੱਜੇ, ਜਿਵੇਂ ਮੁਰਗਾਬੀ ਪਾਣੀ 'ਚ ਰਹਿ ਕੇ ਭਿੱਜਦੀ ਨਹੀਂ, ਇਹ ਤੇ ਮਹਾਨਤਾ ਹੈ। ਪਰ ਕੋਈ ਕੰਢੇ 'ਤੇ ਬੈਠਾ ਕੇ ਜਿਵੇਂ ਪਾਣੀ 'ਚ ਭਿੱਜਿਆ ਨਹੀਂ, ਤੇ ਕੋਈ ਮਹਾਨਤਾ ਨਹੀਂ ਨਾ। ਹੁਣ ਤੁਸੀਂ ਦੁਨੀਆ ਤੋਂ ਵੱਖਰੇ ਬੈਠ ਕੇ ਕਹੋ ਜੀ ਸਾਡੇ 'ਚ ਕੋਈ ਬੁਰਾਈ ਨਹੀਂ ਹੈ, ਤੇ ਕੋਈ ਮਹਾਨਤਾ ਨਹੀਂ ਹੈ। ਅਸਲੀ ਇਮਤਿਹਾਨ ਤੇ ਉਦੋਂ ਹੋਏਗਾ ਜਦੋਂ ਤੁਸੀਂ ਪਰਿਵਾਰ 'ਚ ਰਹੋਗੇ, ਤੁਹਾਨੂੰ ਗੁੱਸਾ ਹੀ ਨਾ ਆਏ। ਅਸਲੀ ਇਮਤਿਹਾਨ ਤੇ ਉਦੋਂ ਆਏਗਾ ਜਦੋਂ ਤੁਸੀਂ ਕਾਰੋਬਾਰ ਕਰੋਗੇ ਤੇ ਬੜੀ ਇਮਾਨਦਾਰੀ ਵਰਤੋ ਜੀ, ਅਸੀਂ ਕਦੀ ਬੇਈਮਾਨੀ ਨਹੀਂ ਕੀਤੀ। ਜੰਗਲ 'ਚ ਬੈਠਾ ਕੇ ਜੀ ਮੈਂ ਕਦੀ ਬੇਈਮਾਨੀ ਨਹੀਂ ਕੀਤੀ, ਉਹਨੇ ਕਿਤੇ ਨਾ ਕਰਨੀ ਬੇਈਮਾਨੀ। ਜੰਗਲ 'ਚ ਬੈਠਾ ਕੇ ਜੀ ਮੈਂ ਕਦੀ ਗੁੱਸਾ ਹੀ ਨਹੀਂ ਕੀਤਾ, ਉਹਨੇ ਕਿਤੇ ਨਾ ਕਰਨਾ ਗੁੱਸਾ। ਉਹ ਤੇ ਜੀ ਇਮਤਿਹਾਨ ਚ ਆਇਆ ਹੀ ਨਹੀਂ ਹੈ। ਅਸਲੀ ਮੈਦਾਨ ਇਹ ਹੈ ਕਿ ਬੰਦਾ ਕਿਰਤ ਵੀ ਕਰੇ, ਕਾਰੋਬਾਰ ਕਰੇ, ਕਿਸੇ ਨਾਲ ਬੇਈਮਾਨੀ ਨਾ ਕਰੇ, ਕਿਸੇ ਦਾ ਹੱਕ ਨਾ ਮਾਰੇ, ਉਹ ਜੋਗੀ ਹੈ। ਅਸਲੀ ਇਮਤਿਹਾਨ ਬੰਦਾ ਰਹੇ ਦੁਨੀਆ ਦੇ ਵਿੱਚ, ਉਹਨੂੰ ਕੋਈ ਖੁਸ਼ੀ, ਕੋਈ ਗਮ, ਕੋਈ ਉਸਤਤ, ਕੋਈ ਨਿੰਦਾ ਦਾ ਤੇ ਅਸਰ ਹੀ ਨਾ ਪਏ, ਦੁਨੀਆਦਾਰੀ ਦਾ ਅਸਰ ਨਾ ਪਏ। ਇਹ ਮਾਰਗ ਹੈ ਗੁਰਮਤਿ ਦਾ, ਇਹ ਮਾਰਗ ਹੈ ਜ਼ਿੰਦਗੀ 'ਚ ਉੱਚੇ ਉੱਠਣ ਦਾ, ਇਹ ਹੈ ਜੋਗ। ਭਗਤ ਜੀ ਕਹਿੰਦੇ ਪਹਿਲਾਂ ਇਸ ਅਵਸਥਾ 'ਚ ਆਓ ਜੋਗੀ ਜਨ, ਤੈ ਤੁਮ ਮਿਲ ਕੇ ਕਰੋ ਵਿਚਾਰ। ਇੱਥੇ ਪਹੁੰਚ ਕੇ ਗੱਲਬਾਤ ਕਰੋਗੇ, ਇੱਥੇ ਪਹੁੰਚ ਕੇ ਬੰਦੇ ਨੂੰ ਈਤ ਓਤ ਕੀ ਸੋਝੀ ਪਰੈ, ਫਿਰ ਲੋਕ ਪ੍ਰਲੋਕ ਦਾ, ਇੱਥੇ ਉੱਥੇ ਦਾ ਬੰਦੇ ਨੂੰ ਗਿਆਨ ਹੋ ਜਾਂਦਾ ਹੈ। ਤੇ ਫਿਰ ਬੰਦਾ ਕਦੀ ਜ਼ਿੰਦਗੀ 'ਚ ਮਮਤਾ ਵਾਲੇ ਕਰਮ ਕਰਦਾ ਨਹੀਂ ਹੈ। ਜੋਗੀ ਜਨ, ਮੈਂ ਉਸ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਆਪਣੇ ਸਵੈ ਸਰੂਪ ਵਿੱਚ ਜੁੜ ਗਿਆ, ਨਿਜ ਪਦ ਉੱਪਰ ਲਾਗੋ ਧਿਆਨ, ਸਵੈ ਸਰੂਪ ਵਿੱਚ ਲਿਵਲੀਨ ਹੋ ਗਿਆ। ਸਵੈ ਸਰੂਪ ਤੋਂ ਅਸੀਂ ਟੁੱਟੇ ਹੋਏ ਹਾਂ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਵਾਰ-ਵਾਰ ਪ੍ਰੇਰਨਾ ਕੀਤੀ, ਤੁਮ ਘਰ ਆਵੋ ਮੇਰੇ ਮੀਤ, ਐ ਮੇਰੇ ਮਿੱਤਰ ਆਪਣੇ ਘਰ 'ਚ ਆ ਜਾਓ, ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਦਾ ਅਰਥ ਹੈ ਜਿਹੜਾ ਸਥਿਰ ਘਰ ਹੈ। ਇਹ ਜਿੱਥੇ ਹੁਣ ਸਾਡੀ ਸੁਰਤ ਹੈ ਤੇ ਥਿਰ ਨਹੀਂ ਹੈ। ਸਾਡੀ ਸੁਰਤ ਦੇ ਹੁਣ ਕਦੀ ਬੜੀ ਉੱਚੀ, ਕਦੀ ਨੀਵੀਂ, ਕਦੀ ਬੜੀ ਖੁਸ਼, ਬੜੀ ਗਰੀ ਗਮਗੀਨ ਕਰੇ, ਬੜੇ ਦਿਆਲੂ, ਬੜੇ ਕੰਜੂਸ ਅਸੀਂ ਬਣ ਜਾਂਦੇ ਹਾਂ। ਹੁਣ ਤੇ ਸਾਡੀ ਸੁਰਤ ਡਾਵਾਂ ਡੋਲ ਹੈ, ਹਰ ਵੇਲੇ ਭਟਕਦੀ ਰਹਿੰਦੀ ਹੈ। ਲੇਕਿਨ ਜਦੋਂ ਕੋ ਆਪਣੇ ਸਵੈ ਸਰੂਪ ਵਿੱਚ ਲਿਵਲੀਨ ਹੋ ਜਾਂਦਾ ਹੈ, ਫਿਰ ਉਹਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਕੋਈ ਉਤਰਾਅ ਚੜਾ ਨਹੀਂ ਹੁੰਦਾ, ਇੱਕ ਰਸ ਰਹਿੰਦਾ ਹੈ, ਅਡੋਲ ਪਹਾੜ ਵਾਂਗੂ, ਪਰਬਤ ਵਾਂਗੂ ਬਣ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਨਿਜ ਪਤ ਵਿੱਚ ਲਿਵਲੀਨ ਹੋ ਗਏ, ਸਵੈ ਸਰੂਪ ਵਿੱਚ ਲਿਵਲੀਨ ਹੋ ਗਏ, ਜਿਸ ਦੇ ਪ੍ਰਥਾਏ ਸਤਿਗੁਰੂ ਜੀ ਨੇ ਵਾਰ-ਵਾਰ ਕਿਹਾ ਹੈ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਭਾਈ ਆਪਣੇ ਨਿਜ ਘਰ ਵਿੱਚ ਲਿਵਲੀਨ ਹੋ ਜਾਓਗੇ, ਮੁੜ ਕੇ ਗੋ ਫੇਰਾ ਦਾ ਅਰਥ ਹੈ ਆਉਣ ਜਾਣ, ਭਟਕਣਾ, ਉਤਰਾਅ ਚੜਾ ਤੁਹਾਡੀ ਜ਼ਿੰਦਗੀ 'ਚ ਨਹੀਂ ਆਉਣਗੇ। ਕਦੀ ਬੜੇ ਅਸੀਂ ਖੁਸ਼ ਹੋ ਗਏ, ਕਦੀ ਉਦਾਸ ਹੋ ਗਏ, ਇਹ ਅਵਸਥਾ ਨਹੀਂ ਆਏਗੀ। ਤੁਹਾਡੇ ਅੰਦਰ ਹਮੇਸ਼ਾ ਇੱਕ ਰਸ ਬਣ ਜਾਏਗਾ, ਇੱਕ ਆਨੰਦ ਬਣ ਜਾਏਗਾ। ਪਰ ਇਹ ਕਦੋਂ ਬਣੇਗਾ? ਜਦੋਂ ਤੁਸੀਂ ਪਰਮਾਤਮਾ ਦੇ ਨਾਮ ਨੂੰ ਹੀ ਸਾਡੀ ਆਪਣੀ ਜ਼ਿੰਦਗੀ ਦਾ ਆਸਰਾ ਗਿਣ ਲਓਗੇ, ਪਰਮਾਤਮਾ ਦੇ ਨਾਮ ਨੂੰ ਹੀ ਗਿਆਨ ਦਾ ਸਾਧਨ ਗਿਣ ਲਓਗੇ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਫਿਰ ਕੀ ਹੋਏਗਾ? ਸਾਡੇ ਅੰਦਰ ਉਹ ਜਿਹੜਾ ਘੁੱਪ ਹਨੇਰੇ ਵਾਲੀ ਥਾਂ ਅਗਿਆਨਤਾ ਹੈ ਨਾ, ਜਿਹਨੂੰ ਪੱਛਮ ਕਿਹਾ ਹੈ ਭਗਤ ਜੀ ਨੇ ਆਪਣੀ ਸ਼ਬਦਾਵਲੀ 'ਚ, ਉਹ ਅਗਿਆਨਤਾ ਦੇ ਥਾਂ ਤੇ ਉੱਤੇ ਸੂਰਜ ਚੜ ਜਾਏਗਾ, ਉੱਥੇ ਚਾਨਣ ਹੋ ਜਾਏਗਾ। ਜਦੋਂ ਚਾਨਣ ਹੋਏਗਾ ਤੇ ਉਹਦੇ ਉੱਪਰ ਕੀ ਹੋਏਗਾ? ਖਿੜਕੀ ਉੱਪਰ 10ਵਾਂ ਦੁਆਰ, ਕਹਿ ਕਬੀਰ ਤਾਂ ਕਾ ਅੰਤ ਨਾ ਪਾਰ। ਇਸ ਗਿਆਨ ਜਾਂ ਚਾਨਣ ਵਾਲੀ ਅਵਸਥਾ 'ਚ ਮਨੁੱਖ ਜਿਹੜਾ ਹੈ ਅੰਦਰੋਂ ਇੰਨਾ ਜਾਗਰੂਕ ਹੋ ਜਾਂਦਾ ਹੈ,
ਦਸਮ ਦਵਾਰ ਦਾ ਅਰਥ ਹੀ ਹੈ ਰੱਬ ਦੇ ਵਿੱਚ ਲਿਵਲੀਨ ਹੋਣ ਦਾ ਰਸਤਾ, ਗਿਆਨ ਦਾ ਦਰਵਾਜ਼ਾ, ਗਿਆਨ ਦਾ ਮਾਰਗ, ਜੋ ਨਜ਼ਰ ਨਹੀਂ ਆਉਂਦਾ, ਜੋ ਗੁਰੂ ਰਾਹੀਂ ਹੀ ਪ੍ਰਾਪਤ ਹੁੰਦਾ ਹੈ, ਗੁਰੂ ਰਾਹੀਂ ਉਹਦੀ ਸੋਝੀ ਹੁੰਦੀ ਹੈ। ਕਹਿ ਕਬੀਰ ਤਾਂ ਕਾ ਅੰਤ ਨਾ ਪਾਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਥੇ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣਦੀ ਹੈ ਜਿਸ ਪਰਮਾਤਮਾ ਦਾ ਕੋਈ ਪਾਰਾਵਾਰ ਹੀ ਨਹੀਂ ਹੈ, ਕੋਈ ਅੰਤ ਨਹੀਂ ਹੈ। ਜਿੰਨਾ ਚਿਰ ਮਨੁੱਖ ਦੀ ਸੁਰਤ ਇੱਥੇ ਨਹੀਂ ਪਹੁੰਚਦੀ ਉਹਨਾਂ ਚਿਰ ਮਨੁੱਖ ਵਾਦ ਦੀ ਗੱਲ ਕਰਦਾ ਹੈ, ਉਹਨਾਂ ਚਿਰ ਮਨੁੱਖ ਹੰਕਾਰ ਦੀ ਗੱਲ ਕਰਦਾ ਹੈ, ਕਿਸੇ ਨੂੰ ਨੀਵਾਂ, ਆਪਣੇ ਆਪ ਨੂੰ ਉੱਚਾ ਦਰਸਾਉਂਦਾ ਹੈ। ਜ਼ਿਆਦਾਤਰ ਧਰਮ ਦੀ ਦੁਨੀਆ 'ਚ ਆਪਾਂ ਦੇਖਦੇ ਧਰਮ ਦੇ ਨਾਂ ਤੇ ਚਰਚਾ, ਧਰਮ ਦੇ ਨਾਂ ਤੇ ਬਹਿਸ, ਧਰਮ ਦੇ ਨਾਂ ਤੇ ਲੜਾਈਆਂ, ਧਰਮ ਦੇ ਨਾਂ ਤੇ ਵਾਦ ਹੁੰਦਾ ਹੈ। ਇਹ ਉਹਨਾਂ ਚਿਰ ਹੁੰਦਾ ਹੈ ਜਿੰਨਾ ਚਿਰ ਮਨੁੱਖ ਇੱਥੇ ਨਹੀਂ ਪਹੁੰਚਿਆ। ਜਦੋਂ ਇੱਥੇ ਪਹੁੰਚ ਜਾਂਦਾ ਹੈ, ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜਿਹੜੇ ਜਾਣਦੇ ਨੇ ਉਹ ਕੁਝ ਜਾਣਦੇ ਨਹੀਂ, ਜਿਹੜੇ ਜਾਣਦੇ ਨੇ ਉਹ ਕਹਿੰਦੇ ਅਸੀਂ ਕੁਝ ਜਾਣਦੇ ਹੀ ਨਹੀਂ। ਜਿਹੜੇ ਕੁਝ ਜਾਣਦੇ ਨੇ ਉਹ ਕਹਿੰਦੇ ਅਸੀਂ ਕੁਝ ਜਾਣਿਆ ਨਹੀਂ ਅਜੇ ਤੱਕ। ਉਹ ਪਰਮਾਤਮਾ ਨੂੰ ਅਸੀਂ ਕੀ ਜਾਣ ਸਕਦੇ? ਕੋਈ ਇੱਕ ਬੂੰਦ ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਦਾ ਕੀ ਅੰਤ ਪਾ ਸਕਦੀ ਹੈ? ਉੱਥੇ ਪਹੁੰਚ ਕੇ ਸਮੁੰਦਰ ਤਾਂ ਉਹ ਬਣ ਜਾਂਦੀ ਹੈ। ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ। ਨਦੀਆਂ ਵਾਹੜੇ ਜਦੋਂ ਸਮੁੰਦਰ ਵਿੱਚ ਡਿੱਗ ਜਾਂਦੇ ਨੇ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ, ਉਹ ਸਮੁੰਦਰ ਬਣ ਜਾਂਦੇ ਨੇ। ਜਦੋਂ ਸੁਰਤ ਪਰਮਾਤਮਾ 'ਚ ਲਿਵਲੀਨ ਹੋ ਗਈ, ਗਿਆਨ ਦੀ ਅਵਸਥਾ 'ਚ ਮਨੁੱਖ ਪਹੁੰਚ ਗਿਆ, ਉੱਥੇ ਪਹੁੰਚ ਕੇ ਤੇ ਇੱਕ ਅਵਸਥਾ ਬਣਦੀ ਹੈ ਜਿਹਦੇ ਪ੍ਰਥਾਏ ਗੁਰਦੇਵ ਜੀ ਨੇ ਕਿਹਾ ਸੀ ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਜੋਤ ਵਿੱਚ ਲਿਵਲੀਨ ਹੋ ਜਾਂਦੀ ਹੈ। ਉੱਥੇ ਪਹੁੰਚ ਕੇ ਬੰਦਾ ਇਹ ਗੱਲ ਕਹਿੰਦਾ ਹੈ ਕਿ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਬੇਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕਿ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਜੋ ਆਨੰਦ ਹੈ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਜੋ ਸੁੱਖ ਹੈ, ਉਹਦਾ ਕੀ ਅੰਦਾਜ਼ਾ ਅਸੀਂ ਲਾ ਸਕਦੇ ਹਾਂ, ਕਿਵੇਂ ਬਿਆਨ ਕਰ ਸਕਦੇ ਹਾਂ? ਉੱਥੇ ਤੇ ਅੰਤ ਨਾ ਪਾਰ, ਅੰਤ ਹੀ ਕੋਈ ਨਹੀਂ ਹੈ, ਪਾਰਾਵਾਰ ਕੋਈ ਨਹੀਂ ਹੈ। ਕਹਿਣ ਲੱਗੇ ਕਹਿ ਬੇਕੋ ਸ਼ੋਭਾ ਨਹੀਂ। ਵਾਹਿਗੁਰੂ ਜੀ ਦੇ ਚਰਨਾਂ 'ਚ ਜੁੜ ਕੇ ਜੋ ਆਨੰਦ ਹੈ ਉਹਨੂੰ ਆਪਣੇ ਬਚਨਾਂ ਦੇ ਰਾਹੀਂ ਉਹਦੀ ਸ਼ੋਭਾ ਅਸੀਂ ਬਿਆਨ ਕਰ ਹੀ ਨਹੀਂ ਸਕਦੇ। ਸਾਡੇ ਕੋਲ ਉਹ ਬਚਨ ਹੈ ਹੀ ਨਹੀਂ ਹੈ। ਦੇਖਾ ਹੀ ਪ੍ਰਵਾਨ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਇਸ ਆਨੰਦ ਦਾ ਪਤਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਕਹਿਣ ਨਾ ਜਾਈ। ਕੋਈ ਗੂੰਗਾ ਬੰਦਾ ਮਿੱਠੀ ਚੀਜ਼ ਖਾ ਲੇ ਤਾਂ ਉਹਦਾ ਕੀ ਬਿਆਨ ਕਰੇਗਾ? ਉਹਦੇ ਕੋਲ ਤਾਂ ਰਸਨਾ ਹੀ ਨਹੀਂ ਹੈ, ਉਹਦੇ ਕੋਲ ਸ਼ਬਦ ਨਹੀਂ ਹੈ। ਇਸ ਤਰ੍ਹਾਂ ਪਰਮਾਤਮਾ ਦੇ ਪਿਆਰ ਜੁੜ ਕੇ ਦਸਮ ਇਵੇਂ ਕਹਿ ਲਓ ਗਿਆਨ ਰਾਹੀਂ ਪਰਮਾਤਮਾ 'ਚ ਲਿਵਲੀਨ ਹੋ ਕੇ ਜੋ ਅਵਸਥਾ ਬਣਦੀ ਹੈ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਤੇ ਕੋਈ ਅੰਤ ਨਹੀਂ ਹੈ, ਉਹਦੇ ਤੇ ਕੋਈ ਚਰਚਾ ਨਹੀਂ ਹੋ ਸਕਦੀ। ਜੋਗੀ ਜਨ ਤੁਸੀਂ ਜਿਹੜੀ ਚਰਚਾ ਕਰਦੇ ਹੋ ਇਹ ਤੁਹਾਡੀ ਹੈ, ਪਰ ਜੇ ਮੇਰੇ ਨਾਲ ਚਰਚਾ ਕਰਨੀ ਹੈ ਨਾ ਤਾਂ ਤੁਮ ਮਿਲ ਕੇ ਕਰੋ ਵਿਚਾਰ। ਇਸ ਅਵਸਥਾ ਤੇ ਪਹੁੰਚੋ ਕਿ ਪਰਮਾਤਮਾ ਦਾ ਸਿਮਰਨ ਕਰਕੇ ਆਪਣੇ ਅੰਦਰੋਂ ਅਗਿਆਨਤਾ ਨੂੰ ਦੂਰ ਕਰਕੇ ਆਪਣੇ ਸਵੈ ਸਰੂਪ ਵਿੱਚ ਲਿਵਲੀਨ ਹੋ ਕੇ ਉਹ ਪਰਮ ਪਿਤਾ ਪਰਮਾਤਮਾ 'ਚ ਅਭੇਦ ਹੋ ਜਾਓ। ਫਿਰ ਪਤਾ ਲੱਗੇਗਾ ਕਿ ਉਹ ਪਰਮਾਤਮਾ ਕਿੰਨਾ ਬੇਅੰਤ ਹੈ। ਬਾਬਾ ਕਬੀਰ ਸਾਹਿਬ ਜੀ ਦੇ ਇਹ ਪਾਵਨ ਬਚਨ ਜੋ ਭੈਰੋਂ ਰਾਗ ਵਿੱਚ ਅੰਕਿਤ ਨੇ, ਜਿਨ੍ਹਾਂ ਵਿੱਚ ਇੱਕ ਜੋਗੀ ਦੇ ਨਾਲ ਚਰਚਾ ਕਰਦੇ ਹਾਂ, ਭਗਤ ਜੀ ਨੇ ਬਚਨ ਕਹੇ ਨੇ। ਸਤਿਗੁਰੂ ਜੀ ਮਿਹਰ ਕਰਨ ਇਹ ਬਚਨ ਸਾਡੇ ਹਿਰਦੇ 'ਚ ਵਸਣ। ਇਹੋ ਜਿਹੇ ਹੋਰ ਬਹੁਤ ਸਾਰੇ ਸ਼ਬਦ ਜੋ ਜੋਗੀਆਂ ਨਾਲ ਚਰਚਾ ਭਗਤ ਜੀ ਦੀ ਹੋਈ, ਗੁਰੂ ਸਾਹਿਬਾਂ ਦੀ ਹੋਈ, ਉਹ ਗੁਰਬਾਣੀ 'ਚ ਅੰਕਿਤ ਨੇ ਔਰ ਉਹਨਾਂ ਅੰਦਰ ਸਤਿਗੁਰੂ ਜੀ ਨੇ ਕੇਵਲ ਗੁਰੂ ਕੇ ਗਿਆਨ ਦੀ ਗੱਲ ਕੀਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਦੇ ਹੱਥ ਰੱਖਣ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।